सतगुरु जी उस दरवाजे ते किले के दरवाजे अगे जो काठी दरवाजा जिन्होंने कहा जाता है तो जिस प्रकार हरी पर्वत उत्ते बने हुए किले के जिथे महाराज साहब जी प्रवेशे जिस स्थल दास आवास जिथे सतगुरां दे सेवकां दा दासां दा घर है ਉਹਦੇ ਬੂਹੇ ਦੇ ਅੱਗੇ ਸਤਿਗੁਰੂ ਜੀ ਆ ਪਹੁੰਚੇ ਹਨ। ਕਹਾ ਪਹੁੰਚੇ ਜਾਏ ਕਰ ਪੂਰਨ ਬਿਰਦਾ ਆਸ। ਸਤਿਗੁਰੂ ਜੀ ਉੱਥੇ ਜਾ ਪਹੁੰਚੇ ਨੇ ਜਿੱਥੇ ਬਿਰਧ ਬਾਈ ਦੀ ਆਸਾ ਪੂਰਨ ਕਰਨੀ, ਉਹਦੀ ਇੱਛਾ ਪੂਰੀ ਕਰਨੀ ਕਿ ਸਤਿਗੁਰੂ ਦੇ ਦਰਸ਼ਨ ਹੋਣ ਔਰ ਮੈਂ ਵਸਤਰ ਭੇਟ ਕਰਾਂ। ਇਹ ਇੱਛਾ ਪੂਰੀ ਕਰਨ ਵਾਸਤੇ ਗਾ ਪਈ ਕਿਸ ਘਰ ਕੇ ਦਰ ਖਰੇ ਅਗਾਰੀ। ਹੁਣ ਅਜੇ ਪਰਿਵਾਰ ਨੂੰ ਕੋਈ ਪਤਾ ਨਹੀਂ, ਪਰਿਵਾਰ ਦੇ ਕਿਸੇ ਮੈਂਬਰ ਨੂੰ ਪਤਾ ਨਹੀਂ ਕਿ ਸਤਿਗੁਰੂ ਆ ਗਏ। ਇਹ ਗਰੀਬ ਨਿਵਾਜ ਸਤਿਗੁਰੂ ਬੂਹੇ ਤੇ ਖੜੇ ਹੈ, ਨਾ ਮਾਤਾ ਨੂੰ ਪਤਾ ਨਾ ਮਾਤਾ ਦੇ ਪੁੱਤਰ ਨੂੰ ਪਤਾ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦਰਵਾਜ਼ੇ ਦੇ ਅੱਗੇ ਜਾ ਖਲੋਤੇ। ਸੇਵਾ ਦਾਸ ਸਿੱਖਿਆ ਹਿਤਕਾਰੀ। ਸੇਵਾ ਦਾਸ ਮਾਤਾ ਦਾ ਪੁੱਤਰ ਹੈ, ਬਹੁਤ ਅਧਿਕਾਰੀ ਹੈ, ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਭੋਰਾ ਬਣਿਆ ਹੈ ਜੀ। ਸੁਣ ਪ੍ਰੰਗ ਕੇ ਖੁਰਕੋ ਖਰਕਾ। ਇਹ ਜਦੋਂ ਇਸ ਨੇ ਘੋੜੇ ਦੇ ਪੈਰ ਦੇ ਖੁਰਾਂ ਦਾ ਖੜਕਾ ਸੁਣਿਆ, ਖੜਾਕ ਸੁਣਿਆ, ਇਹ ਘੋੜੇ ਦੇ ਪੌੜ ਖੜਕੇ ਹੈ ਮੇਰੇ ਦਰਵਾਜ਼ੇ ਦੇ ਅੱਗੇ, ਇਹ ਘੋੜੇ ਕਿੱਥੋਂ ਆ ਗਏ? ਉਸ ਵੇਲੇ ਨਿਕਸਿਓ ਬਹਿਰ ਛੋਰ ਦਾ ਘਰ ਕਾ। ਇਹ ਆਪਣੇ ਘਰ ਤੋਂ ਬਾਹਰ ਨਿਕਲਿਆ, ਜਦੋਂ ਦਰਵਾਜ਼ੇ ਦੇ ਅੱਗੇ ਵੇਖਦਾ ਹੈ ਖੜੇ ਹੀਰ ਸ੍ਰੀ ਹਰਗੋਬਿੰਦ। ਦੇਖਿਆ ਤਾਂ ਸਤਿਗੁਰੂ ਜੀ ਖੜੇ ਨੇ। ਅਚਰਜ ਹੋ ਗਈ ਨਾ ਬਾਤ, ਅਚਾਨਕ ਹੀ ਹੋਇਆ, ਉਹ ਪਤਾ ਹੀ ਨਹੀਂ ਵੀ ਸਤਿਗੁਰੂ ਜੀ ਸਾਡੇ ਘਰਾਂ ਪਹੁੰਚ ਜਾਣਗੇ। ਇਹ ਬਹੁਤ ਹੈਰਾਨ ਹੋ ਗਏ, ਬੜਾ ਵਿਸਮਾਦੀ ਰੰਗ ਆ ਗਿਆ ਇਸ ਨੂੰ। ਇਹ ਸਤਿਗੁਰੂ ਗਰੀਬ ਨਿਵਾਜ ਦੇ ਦੀਦਾਰ ਹੋਏ। ਕਰਮ ਹੈ ਤੋਮਰ ਗਹਿਓ ਬਲੰਦ। ਹੱਥ ਦੇ ਵਿੱਚ ਤੋਮਰ ਹੈ। ਤੋਮਰ ਦੇ 3-4 ਅਰਥ ਕੋਸ਼ ਕਰਤਾ ਨੇ ਲਿਖਿਆ। ਇਹਨੂੰ ਬਰਛਾ ਵੀ ਕਹਿੰਦੇ ਨੇ, ਇਹਨੂੰ ਭਾਗਾ ਵੀ ਕਹਿੰਦੇ ਨੇ, ਇਹਨੂੰ ਨੇਜਾ ਵੀ ਕਹਿੰਦੇ ਨੇ, ਤੋਮਰ ਵੀ ਕਹਿੰਦੇ। ਇੱਕ ਦੇ 3-4 ਨਾਮ ਹੈ। ਇਹ ਹੱਥ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਦੀ ਵਰਸ਼ਾ ਹੈ। ਪਗ ਪੰਕਜ ਪਰ ਧਰ ਕਰ ਸਿਰ ਕੋ। ਇਸ ਨੇ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਆਪਣਾ ਸੀਸ ਰੱਖ ਦਿੱਤਾ, ਨਮਸਕਾਰ ਕੀਤੀ ਮੱਥਾ ਗੁਰੂ ਦੇ ਚਰਨਾਂ ਦੇ ਨਾਲ ਲਾ ਕਰਕੇ। ਭਇਓ ਆਨੰਦ ਬਲੰਦਾ ਗੁਰ ਕੋ। ਗੁਰ ਨਾਮ ਹਿਰਦੇ ਦਾ, ਹਿਰਦੇ ਵਿੱਚ ਬਹੁਤ ਆਨੰਦ ਆਇਆ ਹੈ। ਜਨਮ ਕਾਲ ਕੀ ਲੱਗੀ ਉਡੀਕਾ। ਬੜੀ ਦੇਰ ਦੀ ਉਡੀਕ ਹੈ, ਜਿਵੇਂ ਕਿਸੇ ਨੂੰ ਬਹੁਤ ਪਿਆਸ ਲੱਗੇ ਤੇ ਪਾਣੀ ਬੜੀ ਦੂਰ ਹੋਵੇ, ਤੁਰਦਿਆਂ ਤੁਰਦਿਆਂ ਪਿਆਸ ਹੋਰ ਬਹੁਤ ਤੇਜ਼ ਹੋ ਜਾਏ। ਪਿਆਸੇ ਨੂੰ ਜਿਵੇਂ ਪਾਣੀ ਪ੍ਰਾਪਤ ਹੋ ਜਾਏ, ਭੁੱਖੇ ਨੂੰ ਜਿਵੇਂ ਰੋਟੀ ਪ੍ਰਾਪਤ ਹੋ ਜਾਏ। ਇਹ ਸਾਚੇ ਨਾਮ ਕੀ ਲਾਗੇ ਭੂਖ, ਦਰਸ਼ਨਾਂ ਦੀ ਭੂਖ ਹੈ, ਦਰਸ਼ਨਾਂ ਦੀ ਪਿਆਸ ਹੈ। ਦਰਸ ਤੇਰੇ ਕੀ ਪਿਆਸ ਮਨ ਲਾਗੇ। ਪਿਆਸੇ ਨੂੰ ਕੇਵਲ ਪਾਣੀ ਚਾਹੀਦਾ ਹੈ, ਹੋਰ ਕੁਛ ਨਹੀਂ। ਤੇ ਦਰਸ਼ਨਾਂ ਦੀ ਪਿਆਸ ਵਾਲੇ ਨੂੰ ਕੇਵਲ ਗੁਰੂ ਦੇ ਦਰਸ਼ਨ ਚਾਹੀਦੇ। ਤੇ ਪਿਆਸ ਬੁਝੀ, ਦਰਸ਼ਨ ਕੀਤੇ, ਚਰਨਾਂ ਕਮਲਾਂ ਤੇ ਮਸਤਕ ਲਾ ਕੇ ਬੜਭਾਗਾ ਬਣਿਆ। ਦਰਸਿਓ ਆਜ ਭਾਵਤੋ ਜੀ ਕਾ। ਇਹ ਸਤਿਗੁਰੂ ਜੀ ਬੜੀ ਮਹਾਨ ਕਿਰਪਾ ਕੀਤੀ, ਦਰਸ਼ਿਓ ਤੁਹਾਡਾ ਦਰਸ਼ਨ ਹੋ ਗਿਆ। ਮਨ ਭਾਉ ਦੀ ਗੱਲ ਮਿਲ ਗਈ, ਤੁਹਾਡੇ ਦੀਦਾਰਾਂ ਨੂੰ ਚਾਹੁੰਦੇ ਸੀ। ਗਹਿ ਰਕਾਬ ਕਰ ਬਿਨੈ ਉਤਾਰੇ। ਕਿ ਰਕਾਬ ਫੜ ਕੇ ਘੋੜੇ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਬਹੁਤ ਅਦਬ ਸਹਿਤ ਦੇ ਨਾਲ ਘੋੜੇ ਤੋਂ ਹੇਠਾਂ ਸਤਿਕਾਰ ਨਾਲ ਉਤਾਰਿਆ। ਲੈ ਗਮਨ ਨਿਜ ਗ੍ਰਹਿ ਨਜ਼ਾਰੇ। ਲੈ ਕਰਕੇ ਸਤਿਗੁਰੂ ਨੂੰ ਆਪਣੇ ਘਰ ਵਿੱਚ ਪ੍ਰਵੇਸ਼ ਹੋਇਆ, ਘਰ ਵਿੱਚ ਲੈ ਗਿਆ ਹੈ। ਰੁਚਰ ਪਰਯੰਕ ਨਿਕਾਸ ਦਸਾਵਾ। ਇਹ ਦਾਸ ਨੇ, ਸੇਵਾਦਾਰ ਨੇ ਸੁੰਦਰ ਪਲੰਘਾ ਮਹਾਰਾਜ ਵਾਸਤੇ ਢਾ ਦਿੱਤਾ। ਨਿਜ ਮਾਤਾ ਕੋ ਹਰਖ ਸੁਨਾਵਾ। ਹੁਣ ਫਿਰ ਮਾਤਾ ਨੂੰ, ਕਿਉਂਕਿ ਬਿਰਧ ਬਹੁਤ ਸੀ ਮਾਤਾ ਨੂੰ ਅਜੇ ਪਤਾ ਨਹੀਂ ਚੱਲਿਆ ਵੀ ਕੀ ਗੱਲ ਕਿ ਸਤਿਗੁਰੂ ਜੀ ਆ ਗਏ। ਤੇ ਉਹ ਕੰਨਾਂ ਦੇ ਨਾਲ ਥੋੜਾ, ਕਿਉਂਕਿ ਕੰਨਾਂ ਤੋਂ ਵੀ ਥੋੜੀ ਜਿਹੀ ਆਵਾਜ਼ ਸੁਣਦੀ ਹੋਈ। ਬਿਰਧ ਸਰੀਰ ਹੈ, ਚੱਬਣ ਚੱਲਣ ਤਨ ਸੇ ਸੁਨੀਅਰ ਬਹਿ ਗਏ।
ਇਹ ਮਹਾਰਾਜ ਸਾਹਿਬ ਜੀ ਨੂੰ ਪਲਕੇ ਤੇ ਬਿਠਾ ਕੇ ਫਿਰ ਆਪਣੀ ਮਾਤਾ ਨੂੰ ਇਹ ਖੁਸ਼ ਦੀ ਬਹੁਤ ਪ੍ਰਸੰਨਤਾ ਦੀ ਆਵਾਜ਼ ਸੁਣਾਉਣ ਲੱਗਾ ਹੈ। हे बड़ भागन दिन प्रत जाही, हे ਵੱਡੇ ਭਾਗਾਂ ਵਾਲੀ ਮਾਤਾ ਮੇਰੀ, ਜਿਨ੍ਹਾਂ ਨੂੰ ਤੂੰ ਹਰ ਰੋਜ਼ ਯਾਦ ਕਰਦੀ ਸੀ, करत प्रतीकन चह चित माही, ਕਿ ਉਹਨਾਂ ਦੀ ਉਡੀਕ ਕਰਦੀ ਸੀ ਚਿੱਤ ਵਿੱਚ ਹਰ ਵੇਲੇ, ਹਉਕੇ ਲੈਂਦੀ ਸੀ ਸਤਿਗੁਰਾਂ ਦੇ ਦਰਸ਼ਨ ਕਦੋਂ ਹੋਣਗੇ। कृपा धार कर सो चले आए, ਮਾਤਾ ਜੀ ਕਿਰਪਾ ਕਰਕੇ ਆਪ ਹੀ ਆਪਣੇ ਘਰ ਵਿੱਚ ਆ ਗਏ, ਆਪਾਂ ਨੂੰ ਕੁਛ ਵੀ ਨਹੀਂ ਕਰਨਾ ਪਿਆ ਹੈ। नाम सका सिखन विदताए, ਉਹਨਾਂ ਦਾ ਨਾਮ ਹੀ ਸਿੱਖਾਂ ਦੇ ਸਖਾ ਸੰਬੰਧੀ ਮਿੱਤਰ, ਸਿੱਖਾਂ ਦੇ ਗੁਰੂ ਸੱਚਾ ਮਿੱਤਰ ਹੈ ਲੋਕ ਪਰਲੋਕ ਦਾ। आखे भाग भरी सुख तेरा, ਮਾਤਾ ਅੱਜ ਤੱਕ ਤਾਂ ਤੈਨੂੰ ਭਾਗ ਭਰੀ ਹੋਈ ਕਹਿੰਦੇ ਸੀ, ਤੇਰਾ ਨਾਮ ਸੀ, ਪਰ ਅੱਜ ਤਾਂ ਤੇਰਾ ਨਾਮ ਹੀ ਸਫਲਾ ਹੋ ਗਿਆ। ਅੱਜ ਤੇਰੇ ਭਾਗ ਭਰ ਗਏ, ਤੇਰੇ ਭਾਗ ਭਰੀ ਨਾਮ ਨੂੰ ਤੇਰੇ ਭਾਗਾਂ ਨੇ ਸਫਲਾ ਕਰ ਦਿੱਤਾ, ਕਿਉਂਕਿ ਸਤਿਗੁਰੂ ਜੀ ਤੇਰੇ ਭਾਗਾਂ ਨੂੰ ਹੋਰ ਚਾਰ ਚੰਦ ਲਾਉਣ ਵਾਸਤੇ ਆ ਗਏ। ਕਿਉਂਕਿ ਦਰਸ਼ਨ ਜਿਹੜੇ ਹੁੰਦੇ ਨੇ ਮੰਦ ਭਾਗੀ ਤੇਰੋ ਦਰਸ਼ਨ ਨਾ ਹੈ, ਮੰਦੇ ਭਾਗਾਂ ਵਾਲੇ ਦਰਸ਼ਨ ਥੋੜੇ ਹੁੰਦੇ, ਤੇ ਦਰਸ਼ਨ ਵੀ ਵੱਡੇ ਭਾਗਾਂ ਦੀ ਬਾਤ ਹੈ। सारथ भाग भरी अगहेरा, ਤੇ ਤੇਰਾ ਨਾਮ ਅਰਥਾਂ ਦੇ ਸਹਿਤ ਸਬਲਾ ਹੋ ਗਿਆ, ਸਾਰਥਕ ਹੋ ਗਿਆ ਤੇਰਾ ਨਾਮ, ਨਿਰਾਰਥਕ ਨਹੀਂ ਹੋਇਆ ਤੇਰਾ ਨਾਮ। ਤੇ ਅੱਜ ਤੇਰੇ ਭਾਗ ਭਰ ਗਏ ਹਨ, ਵੱਡੇ ਭਾਗਾਂ ਵਾਲੀ ਹੋ ਗਏ। सुनत उठी बेहबल जुत प्रेम, ਸਾਧ ਸੰਗਤ ਜੀ ਇਹ ਗੱਲ ਸੁਣ ਰਿਹਾ, ਵਿਰਧ ਅਵਸਥਾ ਹੈ, ਸਰੀਰ ਤਾਂ ਨਹੀਂ ਸਾਥ ਦਿੰਦਾ, ਪਰ ਮਾਤਾ ਇੱਕ ਲਗਤ ਕਹਿੰਦੀ ਹੈ ਸਤਿਗੁਰੂ ਜੀ ਆ ਗਏ, ਅਚਾਨਕ ਹੀ ਮੇਰੇ ਘਰ ਸਤਿਗੁਰੂ ਪਹੁੰਚ ਗਏ। ਤੇ ਹੁਣ ਜਿਹੜੀ ਮਾਤਾ ਸਹਾਰੇ ਤੋਂ ਬਿਨਾਂ ਉੱਠ ਨਹੀਂ ਸਕਦੀ, ਉਹਨੂੰ ਫੜ ਕੇ ਉਠਾਉਣਾ ਪੈਂਦਾ ਵਿਰਧ, ਤੇ ਉਹ ਕਾਲੀ ਦੇ ਨਾਲ ਆਪੂ ਉੱਠਣ ਲੱਗੀ, ਪਰ ਸਾਧ ਸੰਜੀਵ ਉੱਠ ਨਹੀਂ ਸਕੀ, ਉਹ ਸਰੀਰ ਨੇ ਸਾਥ ਨਹੀਂ ਦਿੱਤਾ, ਉੱਥੇ ਫਿਰ ਡਿੱਗ ਪਈ, ਚਾਹ ਦੇ ਵਿੱਚ ਉੱਠਣ ਲੱਗੀ। ਉਸ ਵੇਲੇ ਦੇ ਪੁੱਤਰ ਨੇ ਸਹਾਰਾ ਦਿੱਤਾ, बलहीना गुर हित किए नेमा, ਤੇ ਬਲ ਤੋਂ ਹੀਣ, ਕਿਉਂਕਿ ਸਰੀਰ ਜਿਹੜਾ ਹੈ ਉਹ ਬਲ ਤੋਂ ਹੀਣਾ ਹੈ, ਸਰੀਰ ਵਿੱਚ ਤਾਕਤ ਨਹੀਂ ਹੈ, ਗੁਰੂ ਦੀ ਯਾਦ ਵਿੱਚ ਵੀ ਸਰੀਰ ਸੁੱਕਿਆ ਹੈ। ਕਾਲੀ ਕੋਇ ਤੂੰ ਕਿਤ ਗੁਣ ਕਾ, ਆਪਣੇ ਪੀੜੀ ਤੋਂ ਕਿਹਾ ਵਿਰਹ ਜਾਲੀ ਜਵਾਬ। ਸੋ ਇਸ ਕਰਕੇ एक तो बिरदा बीती वै घनी, ਇੱਕ ਤਾਂ ਬਿਰਧ ਅਵਸਥਾ ਹੈ ਭਾਈ, ਵਾਇ ਨਾਮ ਉਮਰ ਦਾ, ਉਮਰ ਬਹੁਤ ਬੀਤ ਗਈ ਹੈ, ਵੱਡੀ ਉਮਰ ਹੋ ਗਈ। खान पान संजम के सनी, ਦੂਸਰਾ ਖਾਣ ਪਾਨ ਸੰਜਮ ਦਾ, ਸੰਕੋਚ ਮਾ ਖਾਂਦੀ ਹੈ, ਇਸ ਕਰਕੇ ਵੀ ਸਰੀਰ 'ਚ ਬਲ ਨਹੀਂ ਰਿਹਾ ਹੈ। ਖਾਣ ਪਾਣ ਦੇ ਆਧਾਰ ਤੇ ਭਾਈ ਸਰੀਰ ਦੀ ਖੁਰਾਕ ਬੰਦ ਕਰ ਦਿਓ, ਸਰੀਰ ਕਮਜ਼ੋਰ ਹੋ ਜਾਏਗਾ, ਤੇ ਆਤਮਾ ਦੀ ਖੁਰਾਕ ਬੰਦ ਕਰ ਦਿਓ, ਆਤਮਾ ਕਮਜ਼ੋਰ ਹੋ ਜਾਏਗੀ। ਕਈ ਲੋਕ ਸਰੀਰ ਦਾ ਖਿਆਲ ਰੱਖਦੇ ਨੇ, ਆਤਮਾ ਦਾ ਕਦੀ ਖਿਆਲ ਨਹੀਂ ਕਰਦੇ। ਆਤਮਾ ਦੀ ਖੁਰਾਕ ਕੋਈ ਇਹਦਾ ਹੈ ਨਹੀਂ ਜਿਹੜੀ ਸਰੀਰ ਦੀ ਖੁਰਾਕ, ਘੋੜੇ ਦੀ ਖੁਰਾਕ ਵੱਖਰੀ ਹੈ, ਘੋੜਸਵਾਰ ਦੀ ਖੁਰਾਕ ਵੱਖਰੀ ਹੈ। ਜੇ ਸਬਰ ਸਹੀ ਨਿਬੇੜਨਾ ਹੈ ਤਾਂ ਘੋੜੇ ਨੂੰ ਵੀ ਘਾਹ ਦਾਣਾ ਟਾਈਮ ਸਿਰ ਪਾਉਣਾ ਪਊਗਾ, ਉਹਦੀਆਂ ਵੀ ਮਾਲਸ਼ਾਂ ਕਰਨੀਆਂ ਪਉਣਗੀਆਂ, ਤੇ ਫਿਰ ਉਹਦੇ ਤੇ ਕਾਠੀ ਵੀ ਪਾਉਣੀ ਪਊਗੀ। ਕਈ ਲੋਕਾਂ ਦਾ ਕੰਮ ਹੈ ਵੀ ਘੋੜੇ ਰੱਖੇ ਹੋਏ ਨੇ, ਮਾਲਸ਼ਾਂ ਕਰੀ ਜਾਂਦੇ, ਕਾਠੀ ਕਦੇ ਪਾਈ ਨਹੀਂ ਉਹਦੇ ਤੇ, ਉਹਦਾ ਖੜਾ ਹੀ ਨਿਕੰਮਾ ਹੋ ਜਾਂਦਾ ਘੋੜਾ। ਘੋੜਾ ਹੈ ਸਰੀਰ, ਆਤਮਾ ਹੈ ਘੋੜਸਵਾਰ। ਆਤਮਾ ਦੀ ਖੁਰਾਕ ਹੈ ਵਾਹਿਗੁਰੂ ਦਾ ਭਜਨ, ਕਥਾ ਸੁਣਨੀ, ਕੀਰਤਨ ਸੁਣਨਾ, ਆਤਮਿਕ ਵੱਲ ਪੈਦਾ ਹੁੰਦੇ ਨੇ। ਜਿਉਂ ਹੀ ਇਕਾਗਰਤਾ ਜਿਉਂ-ਜਿਉਂ ਵੱਧਦੀ ਜਾਏਗੀ, ਆਤਮਿਕ ਵੱਲ ਵੱਧਦਾ ਜਾਏਗਾ, ਤੇ ਜਿਉਂ-ਜਿਉਂ ਸੰਸਾਰਕ ਗੱਲਾਂ ਜਿਹੜੀਆਂ ਰੱਬ ਤੋਂ ਤੋੜਨ ਵਾਲੀਆਂ, ਆਤਮਾ ਦਾ ਬਲ ਕਮਜ਼ੋਰ ਹੁੰਦਾ ਜਾਏਗਾ। ਇਸ ਕਰਕੇ ਸਰੀਰਕ ਬਲ ਤਾਂ ਹੈ ਮਾਤਾ ਦਾ ਕਮਜ਼ੋਰ, ਪਰ ਆਤਮਿਕ ਬਲ ਤਾਂ ਪ੍ਰਬਲ ਹੈ। ਸਰੀਰ ਸਾਥ ਨਹੀਂ ਦਿੰਦਾ, ਖਾਣ ਪਾਣ ਸੰਜਮਦਾ ਹੈ। चिंत निरंतर अंतर उर के, ਇਹ ਚਿੰਤਾ ਹਿਰਦੇ ਦੇ ਅੰਦਰ ਖਾਈ ਜਾ ਰਹੀ ਸੀ, ਇਹ ਜਨਮ ਚ ਦਰਸ਼ਨ ਹੋਣਗੇ ਵੀ ਕਿ ਨਹੀਂ ਹੋਣਗੇ, ਇਹ ਚਿੰਤਾ ਸੀ ਮਨ ਵਿੱਚ। ਫਿਰ ਹੋ ਕੇ ਲੈ ਕੇ ਕਹਿੰਦੇ ਸੀ ਜੇ ਦਰਸ਼ਨ ਹੋ ਗਏ, ਜਿੰਨੀ ਦੇਰ ਤੱਕ ਦਰਸ਼ਨਾਂ ਦੀ ਸਾਹਸ ਦੀ ਜਿਹੜੀ ਪਿਆਸ ਹੈ ਨਾ, ਬਹੁਤ ਬੜੀ ਬਲਾ ਹੈ। ਕਬੀਰ ਸਾਹਿਬ ਨੇ ਇਹ ਵੀ ਨਹੀਂ ਕਿਹਾ, ਕਹਿੰਦੇ ਜਿਹਨੂੰ ਕੋਈ ਬੁਝ ਜਾਣਿਆ ਨਹੀਂ, ਤਿੰਨ ਸੁਖ ਰਹਿਣ ਵਿਆਏ, ਹਮ ਜੋ ਬੁਝਾ ਬੁਝਣਾ ਪੂਰੀ ਪਰੇ ਬਦਾ।
ਕਹਿੰਦਾ ਜਿਨ੍ਹਾਂ ਨੇ ਰੱਬ ਨੂੰ ਬਿਲਕੁਲ ਹੀ ਨਹੀਂ ਜਾਣਿਆ, ਆਪਣੀ ਨੀਂਦ ਸੌਂਦੇ ਨੇ, ਆਪਣੀ ਨੀਂਦ ਉੱਠਦੇ ਆ, ਮੌਜਾਂ ਲੈਂਦੇ ਨੇ, ਖਾਂਦੇ ਪੀਂਦੇ ਭੋਗਦੇ ਆ, ਤੇ ਜਾਂ ਤਾਂ ਆਨੰਦ ਉਹ ਮਾਣਦੇ, ਜਾਂ ਫਿਰ ਜਿਹੜੇ ਬ੍ਰਹਮ ਗਿਆਨੀ ਨੂੰ ਪਰਮਾਤਮਾ ਪ੍ਰਾਪਤ ਹੋ ਗਿਆ ਉਹ ਆਨੰਦ ਕਹਿੰਦੇ ਵਿਚਾਲੇ ਵਿਚਾਲੇ ਸਾਡਾ ਤਾਂ ਬੁਰਾ ਹਾਲ ਹੋ ਗਿਆ, ਨਾ ਪਰਮਾਤਮਾ ਮਿਲਦਾ ਨਾ ਕਿਹੜਾ ਛੁੱਟਦਾ। ਇਹੀ ਗੱਲ ਫਰੀਦ ਸਾਹਿਬ ਦੇ ਨਾਲ ਸਾਥ ਸੁਝੀ ਹੋਈ ਹੈ, ਉਹ ਆਪਾਂ ਬਾਅਦ ਚ ਕਰਦੇ ਹਾਂ। ਪਹਿਲਾਂ ਮਾਤਾ ਦਾ ਉੱਥੇ ਪ੍ਰਸੰਗ ਲੈ ਚੱਲੀ। ਹਾਂਜੀ। ਮਿਸਦਨ ਦਰਸ਼ਨ ਚਾਹੇ ਸਤਿਗੁਰ ਕੇ, ਰਾਤ ਦਿਨ ਸਤਿਗੁਰਾਂ ਦੇ ਦਰਸ਼ਨ ਰਾਤ ਦੇ ਚਾਹੁੰਦੇ, ਕੋਈ ਪਲ ਐਸਾ ਨਹੀਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਅੱਖਾਂ ਦੇ ਸਾਹਮਣੇ ਨਾ ਫਿਰਦਾ ਹੋਵੇ। ਇਹ ਇਉਂ ਮਾਤਾ ਜੀ ਬਹੁਤ ਦਰਸ਼ਨਾਂ ਦੀ ਬੇਬਲਤਾ ਦੇ ਵਿੱਚ ਹਨ। ਜਾਂ ਤੇ ਪ੍ਰੇਮ ਬਿਰਹਪਰ ਹੋਈ, ਤੇ ਤਾਂ ਤੇ ਪ੍ਰੇਮ ਦੇ ਵਿੱਚ ਆਤਰ ਦੁਖੀ ਹੋ ਕਰਕੇ ਕਬੀਰ ਬਿਰਹੋਂ ਭਿਅੰਗਮ ਮਨ ਵਸੈ, ਵਿਛੋੜੇ ਦਾ ਸੱਪ ਮੇਰੇ ਕਹਿੰਦੇ ਹਿਰਦੇ 'ਚ ਬੈਠਾ ਕਬੀਰ ਸਾਹਿਬ ਦੇ, ਮਨ ਤਨਾ ਮਾਨੈ ਕੋਏ ਆਰਾਮ ਬਿਯੋਗੀ ਨਹਿ ਜੀਏ, ਜੀਏ ਤਾਂ ਬੌੜਾ ਝੱਲਿਆਂ ਵਰਗੀ ਹਾਲਤ ਹੋ ਜਾਂਦੀ। ਕਬੀਰ ਨੇ ਖੁਦ ਇਹ ਗੱਲ ਸਵੀਕਾਰ ਕੀਤੀ, ਕਹਿੰਦੇ ਲੋਕ ਕਹੇ ਕਬੀਰ ਬੌੜਾ, ਲੋਕ ਕਹਿੰਦੇ ਕਬੀਰ ਸਦਾਈ ਹੋ ਗਿਆ, ਝੱਲਾ ਹੋ ਗਿਆ। ਕਹਿੰਦੇ ਕਬੀਰ ਦਾ ਮਨ ਸਤਿਗੁਰ ਪਹਿਚਾਨ, ਮੈਂ ਬੌੜਾ ਸਭ ਖਲਕ ਸਿਆਣੇ। ਠੀਕ ਹੈ, ਤੁਸੀਂ ਸਿਆਣੇ ਬਣੇ ਰਹੋ, ਪਰ ਮੈਂ ਆਪ ਨਾ ਬੌੜਾ, ਮੈਂ ਆਪ ਨਹੀਂ ਸਦਾਈ ਹੋਇਆ। ਰਾਮ ਕੀ ਉਹ ਬੌੜਾ, ਮੈਨੂੰ ਰਾਮ ਦੇ ਵਿਯੋਗ ਨੇ ਬੌੜਾ ਕੀਤਾ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਬਹੁਤ ਬੇਬਲਤਾ ਹੈ ਦਰਸ਼ਨਾਂ ਦੀ। ਦਰਸ਼ਨ ਸਤਿਗੁਰੂ ਦੇ ਹੋਏ ਆ ਬੜੀ ਦੇਰ ਬਾਅਦ, ਸ਼ੀਘਰ ਨਹੀਂ ਉੱਠ ਸਕੀਆ ਸੋਈ। ਇਹ ਕਰਕੇ ਫਿਰ ਬਿਰਧ ਅਵਸਥਾ ਹੈ, ਤੇ ਬਿਰਧ ਅਵਸਥਾ ਨੇ ਸਾਥ ਨਹੀਂ ਦਿੱਤਾ, ਉੱਠ ਨਹੀਂ ਸਕੀ ਹੈ, ਉੱਠ ਨਹੀਂ ਸਕੀ ਹੈ। ਸ਼ੀਘਰ ਨਹੀਂ ਉੱਠ ਸਕੀਆ ਸੋਈ। ਤੇ ਫਰੀਦ ਸਾਹਿਬ ਦੇ ਕੁਛ ਤਾਂ ਖਾਣ ਪੀਣ 36 ਸਾਲ ਅੰਨ ਤਾਂ ਖਾਧਾ ਨਹੀਂ ਹੈ। ਇਹ ਹੁਣ ਵਾਲੇ ਫਰੀਦ ਸਾਹਿਬ ਨੂੰ ਅੰਨ ਖਿਲਾਉਂਦੇ ਆ, ਮਿੱਸੀਆਂ ਰੋਟੀਆਂ ਕਹਿੰਦੇ ਖਾਂਦਾ ਹੁੰਦਾ ਸੀ। ਐਂ ਗਿਆਨੀ ਅਰਥ ਕਰਦੇ ਆ ਕਈ, ਕਬੀਰ ਰੋਟੀ ਮੇਰੀ ਕਾਟ ਕੇ, ਕਹਿੰਦੇ ਕਾਟ ਦਾ ਮਤਲਬ ਹੈ ਕਾਠੀ ਰੋਟੀ, ਜਿਵੇਂ ਆਪ ਹੀ ਪਕਾ ਕੇ ਦਿੱਤੀ ਹੁੰਦੀ ਹੈ ਫਰੀਦ ਨੂੰ। ਇਹ ਕਾਟ ਦਾ ਮਤਲਬ ਲੱਕੜਾਂ, ਲੱਕੜਾਂ ਦਾ ਮਤਲਬ ਜੋ ਬਿਰਛਾਂ ਨੂੰ ਫਲ ਲੱਗਦੇ ਸੀ, ਜਦੋਂ ਫਲ ਨਹੀਂ ਸੀ ਲੱਗਦੇ ਪੱਤੇ ਵੀ ਖਾਂਦਾ ਰਿਹਾ। ਕੰਦ ਬੂਰ ਆਹਾਰੋ ਖਾਈ ਹੈ, ਇਹ ਤਾਂ ਗੁਰਬਾਣੀ ਦੇ ਅਨੁਸਾਰ ਹੈ ਨਾ। ਤੇ ਬਸਤੀ ਵਿੱਚ ਨਹੀਂ ਬੜਿਆ, 36 ਸਾਲ ਭਗਤੀ ਕੀਤੀ, ਤੇ ਆਖਰ ਫਰੀਦ ਦੀ ਅਵਸਥਾ ਇੱਥੋਂ ਤੱਕ ਹੋਈ। ਫਿਰ ਮੁਰਸ਼ਦ ਦੇ ਜਾ ਕੇ 12 ਸਾਲ ਉਹਦੀ ਸੇਵਾ ਕੀਤੀ, ਆਤਮ ਗਿਆਨ ਲਿਆ, ਪਾਕ ਪਟਨ ਵਿੱਚ ਗਿਆ। ਬਿਰਧ ਅਵਸਥਾ, ਬਿਰਧ ਅਵਸਥਾ ਦੇ ਬੁੱਢਾ ਹੋਆ ਸੇਖ ਫਰੀਦ, ਕੰਬਣ ਲੱਗੀ ਦੇਹ ਕੰਬਣ ਲੱਗੀ। ਤੇ ਉਸ ਕੰਬਦੀ ਹੋਈ ਦੇਹ ਫਰੀਦ ਸਾਹਿਬ ਇੱਕ ਦਿਨ ਪਏ ਹੈ। ਫਰੀਦਾ ਤਨ ਸੁੱਕਾ ਪਿੰਜਰ ਥੀ, ਤਲੀਆਂ ਫੁੰਡੇ ਕਾ, ਤਲੀਆਂ ਦੇ ਵਿੱਚ ਆ ਕੇ ਇੱਕ ਕਾਂ ਇਹੋ ਜਿਹਾ ਨਕਮਾ ਦੇਖਿਆ, ਕੋਈ ਰੱਬ ਵੱਲੋਂ ਇਮਤਿਹਾਨ ਨਹੀਂ ਸੀ। ਕਾਂ ਨੇ ਸੋਚਿਆ ਵੀ ਕੋਈ ਮ੍ਰਿਤਕ ਸਰੀਰ ਹੈ, ਤੇ ਪੈਰਾਂ ਵਾਲੇ ਪਾਸੇ ਆ ਕੇ ਕਾਂ ਮਾਸ ਨੋਚ ਕੇ ਫਰੀਦ ਸਾਹਿਬ ਦਾ ਖਾਣ ਲੱਗ ਗਿਆ। ਤੇ ਹੌਕਾ ਲੈ ਕੇ ਕਹਿੰਦਾ ਅਜੇ ਸ ਰੱਬ ਨਾ ਬੌੜਿਓ, ਕਹਿੰਦਾ ਹੁਣ ਤਾਂ ਕਾਂ ਵੀ ਖਾਣ ਲੱਗੇ ਮੈਨੂੰ, ਅਜੇ ਸ ਰੱਬ ਨਾ ਬੌੜਿਓ, ਦੇਖ ਬੰਦੇ ਦੇ ਭਾਗ, ਕਹਿੰਦਾ ਭਾਗ ਦੇਖੋ ਕੈਸੇ। ਤੇ ਕਾਗ ਉਤੋਂ ਤਲੀਆਂ ਤੋਂ ਉੱਡਿਆ, ਛਾਤੀ ਤੇ ਬਹਿ ਗਿਆ। ਕੇਵਲ ਲੱਕ ਵਾਲਾ ਕੱਪੜਾ ਰੱਖਦਾ ਸੀ ਫਰੀਦ, ਤਨ ਤੇ ਬਾਕੀ ਕੱਪੜਾ ਹੈ ਨਹੀਂ, ਚਿੱਤਰਾਂ 'ਚ ਵੀ ਉਕਣੇ ਦਿਖਾਉਂਦੇ। ਤੇ ਉਹ ਕਾਲਜੇ ਤੇ ਬਹਿ ਕੇ ਉਹਨੇ ਇੱਥੇ ਠੁੱਗ ਮਾਰੀ ਵੀ ਪੋਲਾ ਮਾਸ ਹੈ, ਇੱਥੇ ਹੱਡੀ ਪ੍ਰਤੀਤ ਹੋਈ ਉਹਨੂੰ। ਪੋਲਾ ਮਾਸ ਖਾਂਦੇ ਆ ਜਾਨਵਰ, ਇਹ ਵੀ ਸਿਆਣੇ ਹੁੰਦੇ ਆ। ਤੇ ਉੱਥੇ ਜਦੋਂ ਨੇ ਠੁੱਗ ਮਾਰੀ, ਫਰੀਦ ਸਾਹਿਬ ਨੇ ਫਿਰ ਉਹਨੂੰ ਕਿਹਾ, ਕਹਿੰਦੇ ਉਹ ਕਾਵਾਂ, ਮਾਸ ਤੈਨੂੰ ਹੋਰ ਥੋੜਾ ਰਹਿ ਗਿਆ, ਤੂੰ ਮੇਰਾ ਮਾਸ ਕਾਹਨੂੰ ਖਾਣਾ ਹੈ? ਕਾਗਾ ਚੂੰਡ ਨਾ ਪਿੰਜਰਾ, ਇਹਦਾ ਪਿੰਜਰਾ ਹੀ ਹੈ, ਮਾਸ ਤਾਂ ਹੈ ਹੀ ਥੋੜਾ ਹੈ। ਕਾਗਾ ਚੂੰਡ ਨਾ ਪਿੰਜਰਾ, ਬਸੇ ਤਾਂ ਉੱਡਰ ਜਾਹੇ, ਉਹ ਜਿਤ ਪਿੰਜਰੇ ਮੇਰਾ ਸਭ ਵਸਿਆ, ਮਾਸ ਨਾ ਤੇ ਦੁੱਖ। ਇਹਦਾ ਮਾਸ ਕਾਹਨੂੰ ਖਾ ਰਿਹਾ? ਤੇ ਕਾਂ ਛਾਤੀ ਤੋਂ ਉੱਡ ਕੇ ਸਿਰ ਤੇ ਬਹਿ ਗਿਆ। ਕਈ ਜਾਨਵਰ ਬੜੇ ਬੇਸ਼ਰਮ ਹੁੰਦੇ ਨੇ, ਉਡਾਓ ਫੇਰ ਆਉਣਗੇ।
मैं कहना ये तो जानवर है बड़ा, कई बार कीड़े दुखी कर ले, तुम मोड़ो नट के उत्थे जाओ, जो तुम मोड़ते कुत्ते नूं मोड़ो आदत होंदी है। ते सिर ते बह गए, सिर ते बह के जद उन्हें देखा कां ने भी इहदियां अखां दा मास खावां, फरीद ने कहा भी हुण काम बड़ी गड़बड़ हो गई। कहता वो कावां देख तू मेरियां तलियां नूं चूंजिया, मैं तैनूं जद भी पड़ाया नहीं, पैर हिला सकदा सी, हथ हिला सकते जी, मैं नहीं हिलाया। तू मेरी छाती ते बह गया, मैं फिर भी बर्दाश्त की। भी हुण तां नक्कों उपर च लै गए। हाँ भी कहावत है, कहते भी हुण तां पानी नक तो ते जे, कहते भी हुण अड़ाउणा पऊगा, हुण तक तां नहीं तैनूं उड़ाया। फिर फरीद साहब ने वचन कीता, कागा करंग ढंडोलिया, सगला खाया मास, सारे थां ते तू इहदा स्वाद देख लिया ना। ओए कम से कम तू मेरी अखां ते तां तरस कर रहा है, ये दोए नैना मत छो। ये नहीं मैं अपने खुदा दे दर्शनां नहीं रखिया। जे तू मेरियां अखां भन गया ते उधर मेरे स्वास चलदे मेरा खुदा आ गया, मैं देखूंगा कहदे ये दोए नैना मत छो। फिर देखण की आस, ਇਹਦੇ ਅੰਤਰੀਵ अर्थ भी बड़े सोहने, मैं अंतरीव नहीं कर रहा, साखी दे नाल मिलदे अर्थ कर रहा। दूसरे अर्थ बड़े गहरे है, वो हुंदे जो गुरबाणी की कथा हो। ते कां उड़ के उच्चे थां किकर दे बह गए, उड़ गया कां, उड़ा दिता। हुण जिथे लिया के कहानी नूं खत्म कर दिता जांदा है, असल कहानी का रहस्य ही इत्थों शुरू होता है। कहानी इत्थे नहीं शुरू, इत्थे खत्म नहीं हुई, तो इउं लगता भी कहानी तो इत्थों शुरू हुई, वो तो कहानी की भूमिका सी पिछों। फरीद दे जहन विच गल आई, अनभव विच बात आई, मना तू सारी जिंदगी खुदा खुदा करता रहा, भी खुदा किते एक रूप दे विच थोड़ी आउंदा, भला जे खुदा आया कां बन के तैं उड़ा दिता, तेरे पल्ले की पिया? तू तो फेल हो गया जिंदगी विच। तैं अपना शरीर खुदा दा नहीं समझे, कां नूं खुदा नहीं समझे। फरीद ने कहते फिर कां नूं आवाज़ां मारी, कहते आजा आजा कागा आजा आजा, ये दोए नैना ले जा ओए ले जा पिया के पास, पहले दर्श दिखाए के फिर खा लेना मास। ऐ मेरे खुदा एक बारी पहला दर्शन दे ते फिर मास खा ला, फिर मैं शरीर की करना, शरीर काहदे वास्ते रखे। दर्शनां वालियां दियां बड़ियां कहानियां सास ने। तो माता विरध है, बिरध शरीर है, सिर कंपियो पग डगमग है। एक ज्ञानी ये भी अर्थ करता सी, कहना जिस वेले सिर कहना हिलन लग गया, कहना पग हिलन लग गई, तेरा भला हो जाए। तू अर्थ तो देख ले कि पग नाम पैरों का है, तू पग ही बना दी, सिर की दस्तार बना दी। सिर कंबदा कहना पग हिलती है, ये अपनी बनावटी अर्थ ने, यह जे कि इस तरह के बनावटी गल्लां करने वाले भी पैदा हो। सिर कंपियो पग डगमग है, पैर जिहड़े ने वो डगमगा के चलते, पैर तुरते नहीं ठीक। नैन जोत ते हीन कहो नानक ये विध पई कहो ना हरसी। सो इस करके वो माता विरध अवस्था है। विरध अवस्था का निरूपण शास्त्रां दे अंदर कीता है। ये भी एक बड़ी भैड़ी बीमारी है, तो लगती भी सारिਆਂ ਨੂੰ है, थोड़े नहीं जिहड़े इस बीमारी तो पहला चले जाण, नहीं तो सारिਆਂ ते सिरदी। रोगां दी पंड जिन्हों विरध अवस्था कहते, बीमारियां, चिंता, फिक्रां, गवां, जिंदगी के भोगां का पछतावा, जिंदगी कीते गलत कामां दी पूरी गठड़ी भरी हुई ते लैके फिर सफर नहीं मुक रहा, बिरध अवस्था पछा रहे, इन्ने गलत काम किए। पंडित गुलाब सिंह जी गुरु गोबिंद सिंह साहब के विद्यार्थी ने, तीजी पीढ़ी है महाराज साहब तो। निर्मल संप्रदा गुरु नानक साहब महाराज सच्चे पातशाह ने भी वचन किया, मारे आशिक जगत विच नानक निर्मल पंथ चलाया। पर गुरु गोबिंद सिंह साहब ने 5 सिंह कांशी पढ़न भेजे जितों निर्मल संप्रदा का निर्माण होया। ते जिस वेले पंडित गुलाब सिंह संत मान सिंह दे सी
ਸੰਤ ਮਾਨ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਗੁਰਮਤਿ ਪੜ੍ਹੇ ਹੋਏ ਸੀ। ਕਾਂਸੀ ਜਾ ਕੇ ਬੜੇ ਵਿਦਵਾਨ ਬਣੇ। ਇਹਨਾਂ ਨੇ 4-5 ਗ੍ਰੰਥ ਲਿਖੇ ਹੈ, ਜਿਨ੍ਹਾਂ ਗ੍ਰੰਥਾਂ ਦੀ ਅੱਜ ਪੂਰੇ ਭਾਰਤ ਦੀਆਂ ਸਾਰੀਆਂ ਸੰਪਰਦਾਵਾਂ 'ਚ ਧਾਕ ਹੈ। ਇੱਕ ਸਿੱਖ ਦੇ ਗ੍ਰੰਥ ਲਿਖੇ ਹੋਏ ਤੇ ਉਹ ਲਿਖਦੇ ਹੈ ਕਿ ਤਨ ਕੇ ਬਲ ਨੇ ਅਵਪੀਠ ਦਈ। ਪਾਵਰਾ ਸਿਮਰਤ ਵਿੱਚ ਲਿਖਦੇ ਹੈ, ਕਹਿੰਦੇ ਤਨ ਦੇ ਬਲ ਨੇ ਪਿੱਠ ਦੇ ਦਿੱਤੀ। ਬੁਢਾਪੇ ਵਿੱਚ, ਬੁਢਾਪੇ ਦਾ ਨਿਰੂਪਣ ਹੈ। ਤਨ ਕੇ ਬਲ ਨੇ ਅਵਪੀਠ ਦਈ, ਅਵਹਾਰ ਪਰੇ ਦ੍ਰਿਗਵਾਲ ਸੰਗਾਤੀ। ਜਿਹੜੇ ਮੇਰੇ ਨੇਤਰ ਬਚਪਨ ਤੋਂ ਬੜੀ ਦੂਰ ਤੱਕ ਦੇਖ ਲੈਂਦੇ ਸਨ, ਕਹਿੰਦੇ ਹੁਣ ਨਿਗਾਹ ਵੀ ਜਵਾਬ ਦੇ। ਤਨ ਕੇ ਬਲ ਨੇ ਅਵਪੀਠ ਦਈ, ਅਵਹਾਰ ਪਰੇ ਦ੍ਰਿਗ ਨੇਤਰ ਬਾਲ ਸੰਗਾਤੀ। ਤਜ ਕੇ ਇਹ ਲੋਕ ਵਿਖੇ ਹਮ ਕੋ, ਮੈਨੂੰ ਛੱਡ ਕੇ ਮੇਰੇ ਹਾਣ ਦੇ, ਕੋਈ 2-4 ਸਾਲ ਵੱਡਾ, ਕੋਈ 2-4 ਸਾਲ ਛੋਟਾ, ਸੁਰ ਆਪ ਚਲੇ ਜਬ ਰੋਜ਼ ਸੰਜਾਤੀ। ਉਹ ਵੀ ਸਵਰਗ ਲੋਕ ਨੂੰ ਚਲੇ ਗਏ, ਸੰਸਾਰ ਵਿੱਚ ਨਹੀਂ ਰਹੇ। ਜਗ ਮੀਤ ਸਖਾ ਮੁਖ ਫੇਰ ਗਏ। ਮੇਰੇ ਮਿੱਤਰ, ਮੇਰੇ ਸੰਬੰਧੀ, ਉਹ ਵੀ ਮੇਰੇ ਕੰਨ ਮੂੰਹ ਮੋੜ ਗਏ। ਹੁਣ ਮੈਂ ਮੰਜੇ ਤੇ ਬੈਠਿਆ ਵਿਚਾਰ ਹੋਇਆ। ਅਬ ਸੇਵ ਕਹਾਂ ਨਾ ਪੁੱਛੇ ਮਮਬਾਤੀ। ਘਰ ਵਾਲੇ ਵੀ ਬਾਤ ਨਹੀਂ ਪੁੱਛਦੀ ਹੈ, ਪੋਤੇ ਪੋਤਰੇ ਨਹੀਂ ਪੁੱਛਦੇ ਕਿ ਇਹ ਹਾਲਤ ਲਾਚਾਰ ਹੋਇਆ ਬੈਠਾ ਹੈ, ਜਿਨ੍ਹਾਂ ਦੇ ਵਾਸਤੇ ਜ਼ਿੰਦਗੀ ਲਾ ਦਿੱਤੀ। ਤੇ ਕਹਿਣ ਲੱਗੇ ਹੋਰ ਸਾਰਿਆਂ ਨੇ ਤਾਂ ਸਾਥ ਛੱਡ ਦਿੱਤਾ ਮੇਰਾ। ਜਗਮੀਤ ਸਖਾ ਮੁਖ ਫੇਰ ਗਏ, ਅਬ ਸੇਵ ਕਹਾਂ ਨਾ ਪੁੱਛੇ ਮਮਬਾਤੀ। ਮਮ ਆਹੇ ਪਲੰਗਮ ਹੈ ਤ੍ਰਿਸ਼ਨੇ, ਇੱਕ ਤੁਮ ਮਮ ਸੰਗ ਰਹੀ ਦਿਨ ਰਾਤੇ। ਹੇ ਤ੍ਰਿਸ਼ਨਾ, ਤੈਂ ਮੇਰਾ ਸਾਥ ਨਾ ਛੱਡ ਦਿੱਤਾ, ਮੇਰੀ ਜਵਾਨੀ ਨੇ ਮੇਰਾ ਸਾਥ ਛੱਡ ਦਿੱਤਾ, ਮੇਰੇ ਪਰਿਵਾਰ ਨੇ ਮੇਰਾ ਸਾਥ ਛੱਡ ਦਿੱਤਾ। ਪਰ ਤ੍ਰਿਸ਼ਨਾ, ਤੂੰ ਤਾਂ ਅਜੇ ਵੀ ਮੇਰੇ ਹਿਰਦੇ 'ਚ ਬੈਠੀ ਹੋਈ ਹੈ। ਤ੍ਰਿਸ਼ਨਾ ਦਾ ਅਜੇ ਵੀ ਉਸੇ ਤਰ੍ਹਾਂ ਹੈ। ਭਗਤ ਭੀਖਨ ਜੀ ਕਹਿੰਦੇ, ਨੈਨੋ ਨੀਰ ਵਹਿ ਤਨ ਕੀਨਾ, ਭਏ ਕੇਸ ਦੁਧ ਬਾਨੀ। ਰੁਤਾ ਕੰਠ ਸ਼ਬਦ ਨਹੀਂ ਉਚਰੈ, ਅਵ ਕਿਆ ਕਰੈ ਪੁਰਾਨੀ। ਕੀ ਕਰੇ ਉਸ। ਸੋ ਇਸ ਕਰਕੇ ਬਿਰਧ ਅਵਸਥਾ ਹੈ। ਮਾਤਾ ਉੱਠਣਾ ਚਾਹੁੰਦੀ ਸੀ ਆਪਣੇ ਬਲ ਨਾਲ, ਪਰ ਉੱਠ ਨਹੀਂ ਸਕੀ, ਕਿਉਂਕਿ ਬੁਢਾਪੇ ਦਾ ਕਾਰਨ ਹੈ ਜੇ ਸੁਤ ਕਰ ਪਕਰੇ ਅੰਗਣ ਆਈ। ਇਹਨੇ ਨੂੰ ਦੌੜ ਕੇ ਲੈ ਕੇ ਪੁੱਤਰ ਹੈ ਸਰਵਣ ਪੁੱਤਰ। ਯਾ ਮਾਤਾ ਠਹਿਰ ਠਹਿਰ, ਦੇ ਕੇ ਚੋਟ ਲੱਗ ਜਾਏਗੀ। ਹੁਣ ਤੱਕ ਮੈਂ ਤੇਰੀ ਸੇਵਾ ਕਰਦਾ ਰਿਹਾ, ਤੂੰ ਇਹ ਕੀ ਕਰਨ ਲੱਗੀ ਹੈ? ਕਹਿੰਦੀ ਪੁੱਤਰਾ, ਖੁਸ਼ੀ ਦੇ ਵਿੱਚ ਮੈਨੂੰ ਚੇਤਾ ਹੀ ਨਹੀਂ ਰਿਹਾ ਵੀ ਮੈਂ ਆਪ ਉੱਠ ਨਹੀਂ ਸਕਦਾ। ਲੈਕ ਪੁੱਤਰ ਬੁਢਾਪੇ 'ਚ ਮਾਪਿਆਂ ਦਾ ਸਹਾਰਾ ਬਣਦੇ ਨੇ, ਨਲਾਇਕ ਪੁੱਤਰ ਦੁਖੀ ਕਰਦੇ ਨੇ ਮਾਪਿਆਂ। ਤੇ ਬਹੁਤ ਭਾਗਸ਼ਾਲੀ ਉਹ ਮਾਤਾ ਪਿਤਾ ਜਿਨ੍ਹਾਂ ਦੀ ਸੰਤਾਨ ਅੱਗੇ ਆਗਿਆਕਾਰੀ। ਅੱਜ ਕਲਯੁਗ ਦਾ ਸਮਾਂ ਹੈ, ਇਹ ਪਾਠ ਹੀ ਨਹੀਂ ਪੜਾਇਆ ਜਾਂਦਾ। ਬਹੁਤ ਜ਼ਰੂਰੀ ਹੈ, ਜਿੱਥੇ ਹੋਰ ਬ੍ਰਹਮ ਗਿਆਨ ਦੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ, ਤੇ ਇਹ ਗੱਲਾਂ ਵੀ ਕਥਾ ਦੇ ਵਿੱਚ ਨਾਲ ਜ਼ਰੂਰੀ ਨੇ ਦੱਸੀਆਂ ਜਾਣੀਆਂ। ਪਰ ਖਾਸ ਕਰਕੇ ਨੌਜਵਾਨ ਪੀੜ੍ਹੀ ਜਿਹੜੀ ਗੁਰਦੁਆਰਿਆਂ 'ਚ ਨਹੀਂ ਆਉਂਦੀ, ਇਹ ਗੱਲਾਂ ਉਹਨਾਂ ਨੂੰ ਦੱਸਣ ਵਾਲੀ। ਭਾਈ ਗੁਰਦਾਸ ਨੇ 4 ਸ਼ਬਦ ਇਸੇ ਤੇ ਲਿਖੇ, ਗੁਰਬਾਣੀ ਤੇ ਬੇਅੰਤ ਪ੍ਰਵਾਨ ਇਸੇ ਤਰ੍ਹਾਂ ਤੁਹਾਨੂੰ ਮਿਲਣਗੇ। ਲੈਕ ਪੁੱਤਰ ਆਪਣੇ ਮਾਂ ਬਾਪਾਂ ਦਾ ਸਹਾਰਾ ਬਣਦੇ ਆ। ਜਿਹੜੇ ਲੋਕ ਪੱਛਮੀ ਪ੍ਰਭਾਵ ਹੇਠ ਆ ਕੇ, ਜਿਹੜੇ ਸਾਡੇ ਬੱਚੇ ਵੀ ਇਹ ਕਹਿਣ ਲੱਗੇ ਨਾ, ਕਿ ਜੀ ਸਾਡੀ ਆਪਣੀ ਜ਼ਿੰਦਗੀ ਹੈ। ਕਈ ਬੱਚੇ ਨੇ ਐਸੇ ਜਿਹੜੇ ਕਹਿੰਦੇ ਸਾਡੀ ਆਪਣੀ ਜ਼ਿੰਦਗੀ ਹੈ। 18 ਸਾਲ ਦੇ ਹੋ ਗਏ, ਇਹ 18 ਸਾਲ ਦੇ ਹੋ ਗਏ, ਤੁਹਾਨੂੰ ਸਰਕਾਰ ਨੇ ਤਾਂ ਲਾਇਸੈਂਸ ਦੇ ਦਿੱਤਾ ਹੋਊਗਾ ਵੀ ਤੁਸੀਂ ਜੋ ਮਰਜ਼ੀ ਕਰੋ। ਤੇ ਪਰਮਾਤਮਾ ਵੱਲੋਂ ਤਾਂ ਬਹੁਤ ਪਾਬੰਦੀ ਹੈ ਵੱਡੀ। ਜਿੰਨੀ ਦੇਰ ਤੱਕ ਮਾਤਾ ਪਿਤਾ ਜੀਵਤ ਹਨ, ਕਿਸੇ ਦੀ ਵੀ ਆਪਣੀ ਜ਼ਿੰਦਗੀ ਨਹੀਂ ਹੈ। ਮੇਰੀ ਨਾ ਤੁਹਾਡੀ। ਉਨੀ ਦੇਰ ਤੱਕ ਜਿਹਦੇ ਜਿਸਮ ਦੇ ਟੋਟੇ ਹੋ ਤੁਸੀਂ, ਜਿਹਦੇ ਜਿਸਮ 'ਚੋਂ ਪੈਦਾ ਹੋਏ ਹੋ, ਉਨੀ ਦੇਰ ਤੱਕ ਤੁਹਾਡਾ ਸਰੀਰ ਤੇ ਉਨਾ ਤੁਹਾਡਾ ਅਧਿਕਾਰ ਨਹੀਂ ਜਿੰਨਾ ਤੁਹਾਡੇ ਮਾਤਾ ਪਿਤਾ ਦਾ। ਕਿਉਂ? ਉਹਨਾਂ ਦੇ ਜਿਸਮ ਤੋਂ ਪੈਦਾ ਹੋਏ। ਮਕਾਨ ਜਿਹਦਾ ਹੈ, ਕੋਈ ਕਿਰਾਏ ਤੇ ਰਹੇ, ਠੀਕ ਹੈ, ਰਹੇ। ਇਹ ਮਾਲਕ ਮਕਾਨ ਦੀ ਮਰਜ਼ੀ ਹੈ, ਜਾਣ ਲੱਗਿਆ ਉਹਦੀਆਂ ਚਾਬੀਆਂ ਦੇ ਦੇਵੇ, ਤੂੰ ਹੀ ਸਾਂਭ ਲੈ। ਇਹ ਸਰੀਰ ਮਕਾਨ ਹੈ, ਇਹ ਮਕਾਨ ਦੇ ਮਾਲਕ ਮਾਤਾ ਪਿਤਾ।
ਜਾਣ ਲਗੇ ਚਾਬੀਆਂ ਦੇ ਦੇਣਗੇ ਤੈਨੂੰ, ਫਿਰ ਤੂੰ ਪੂਰਾ ਮਾਲਕ ਹੋ ਜਾਏਗਾ। ਪਰ ਉਨੀ ਦੇਰ ਤੱਕ ਜੋ ਮਾਤਾ ਪਿਤਾ ਕਹਿਣਗੇ ਤੈਨੂੰ ਉਹ ਕਰਨਾ ਪਏ, ਤੇਰੀ ਆਪਣੀ ਕੋਈ ਮਰਜ਼ੀ ਨਹੀਂ ਮਾਤਾ ਪਿਤਾ ਦੀ। ਔਰ ਮਾਤਾ ਪਿਤਾ ਵੀ ਜੇ ਅਧਰਮ ਦੀ ਗੱਲ ਕਹਿਣ ਤਾਂ ਫਿਰ ਉਹ ਮੰਨਣ ਯੋਗ ਨਹੀਂ। ਕਿਉਂ? ਇਹ ਪਰਮਾਤਮਾ ਸਾਰਿਆਂ ਦਾ ਵੱਡਾ ਮਾਤਾ ਪਿਤਾ ਉਹ ਹੈ। ਜੇ ਪਰਮਾਤਮਾ ਤੋਂ ਉਲਟ ਕੋਈ ਪ੍ਰਹਲਾਦ ਵਰਗਾ ਭਗਤ ਆਪਣੇ ਪਿਤਾ ਦੀ ਇਸ ਗੱਲ ਤੇ ਇਨਕਾਰੀ, ਬਾਕੀ ਸਾਰੀਆਂ ਗੱਲਾਂ ਤੇ ਲੈ ਪਏ, ਜਿੱਥੇ ਭੇਜਿਆ ਪੜ੍ਹਨ ਭੇਜਿਆ, ਸੰਡੇ ਮਰਕੋ ਗਿਆ, ਪਿਤਾ ਜੀ ਕਹਿ ਕੇ ਬੋਲਦਾ, ਕਦੇ ਨਿਰਾਦਰ ਨਹੀਂ ਕਰਦਾ ਪ੍ਰਹਲਾਦ। ਪਰ ਜਦੋਂ ਕਹਿੰਦਾ ਵੀ ਰਾਮ ਨਾਮ ਛੱਡ ਦੇ, ਕਹਿੰਦਾ ਪਿਤਾ ਇਹ ਨਹੀਂ ਹੋ ਸਕਦਾ, ਰਾਮ ਨਾਮ ਨਹੀਂ ਛੱਡਦਾ। ਰੱਬ ਤੋਂ ਤੋੜਨ ਵਾਲੇ, ਗੁਰਦੁਆਰੇ ਤੋਂ ਤੋੜਨ ਵਾਲੇ, ਧਰਮ ਤੋਂ ਤੋੜਨ ਵਾਲੇ ਪਿਤਾ ਤੋਂ ਸੁਤੰਤਰ ਹੋਣਾ ਕੋਈ ਪਾਪ ਨਹੀਂ, ਆਜ਼ਾਦ ਹੋਣਾ, ਇਸ ਗੱਲ ਦਾ ਵਿਰੋਧ ਕਰਨਾ ਇਹ ਕੋਈ ਪਿਤਾ ਦਾ ਨਿਰਾਦਰ ਨਹੀਂ, ਬਲਕਿ ਪਿਤਾ ਨੂੰ ਵੀ ਸਿੱਖਿਆ ਹੈ। ਬਾਕੀ ਗੱਲਾਂ ਦੇ ਵਿੱਚ ਤਾਂ ਭਾਈ ਮਾਤਾ ਪਿਤਾ ਦੀ ਆਗਿਆ ਚਾਹੀਏ। ਗੁਰੂ ਅਰਜਨ ਸਾਹਿਬ ਜੀ ਦੀ ਕਥਾ ਪੜ੍ਹ ਲਓ, ਇਹ ਕਿਵੇਂ ਆਗਿਆ ਦਾ ਪਾਲਨ ਕੀਤਾ, ਹੌਕੇ ਲੈਂਦੇ ਰਹੇ। ਰਾਮਚੰਦਰ ਜੀ ਦਾ ਇਤਿਹਾਸ ਪੜ੍ਹ ਲਓ, ਬਿਨਾਂ ਕਸੂਰ ਤੋਂ ਬਣਵਾਸ 14 ਸਾਲ ਗਏ, ਕੋਈ ਕਸੂਰ ਨਹੀਂ ਸੀ। ਤਾਤ ਕੀ ਆਯੁਸ਼ਮਾਨ ਚਲੇ ਜਿਨ ਕੇ ਪਦ ਪੰਕਜ ਪੂਜਿਤ ਲੋਈ, ਰਾਜ ਵਿਭੂਤ ਤਜੀ ਛਿਨਵੇਂ बन को निकसे जननी बोलो, तो न फिरे पुर को हरजू जब रात गए कर में पर धोई। कि कोई गल कही, कहते भरत धर्म बराबर राज नहीं, एक परणे पाके धर्म ते राज नूं तोलदा तू। ये सूचित धर्म सनातन जो ही मैं धर्म रखांगा, धर्म नहीं जान दियागा। पिता का वचन मैनू है, बर्बाद होना मैं जाऊँ। एक बार भी नहीं पूछा मेरा कसूर की। ते अज दे बच्चों च इन्नी हिम्मत है भी वो माता पिता की बेइज्जती सारे लोगों के सामने भी कर रहे हैं। संसार धर्म तो टुट के बिगड़ेगा। याद रखो, जेड़े बच्चे किसी गुरु घर नहीं जुड़े हुए, जेड़े बच्चे गुरुद्वारे नहीं आते, गुरु ग्रंथ साहब नाल नहीं जुड़े, शब्द गुरु नाल नहीं जुड़े, शब्द गुरु नाल जुड़न वालियां दी संगत नहीं करते, उन्हां दा सत्कार नहीं करते, कल नूं तुहाडा भी सत्कार नहीं करते। ये मुढ़ बिगड़े है। गुरु कृपा करे। लैक पुत्र है, इसने माता नूं जाके सहारा दिता। कहन लगे माता ते मैं कादे वास्ते हाँ? सेवादास कहन लगा मैं तेरा पुत्र हाँ माता। संत बाबा मीहा सिंह जी सियाड़ वाले एक बार नहीं किन्नी बार उन्होंने परिवार के बच्चों ने, उन्होंने पुत्रा ने, चलो हुण तां उन्होंने पुत्र भी बड़े बुजुर्ग हो गए, बाबा मान सिंह वर्गे। ते कई बार पिता क्योंकि बड़ी उम्र के हो गए सी, वो जो उस स्थान तो खेत स्थान बनाया सी, बाबा जी ने खेती करते हैं, पिता जी को तुरन की तकलीफ सी, वो कनेड़ी चुक के लैके जाते। पहली बार कहा पुत्र ये सेवादार को कह दे मैंने चुक के, कहते बापू मेरा ते कनेड़ी किसी होर दी किवें चढ़ देगा तू? अपनी पिठ ते अज लोकी संत कहते दर्शनां नूं तरसदे, ते पिता जी ने कहना देखने वाले की कहणगे, कहते की कहणगे, यह कहणगे भी तुसीं संतो भी बुढ़े नूं चुकी जांदा। कहते पिता जी जदों तुसीं मैनूं गोदी चुकी फिरदे जद तां लोकां ने कहा ना, जदों मैनूं लोड़ सी मेरियां लत्तां काम नहीं सी करदियां, तुसीं नहीं कनेड़े चुक्किया मैनूं, ते अज तुहाडीआं लत्तां काम नहीं करदियां ते मैं कनेड़े चुक्किया, तां चंगा हुणे ही करजा ला रहे। इस तरह दी साहसी सिक्ख्यावां नौजवान पीढ़ी नूं देणियां चाहिए। हाँ जी चलो चखण भगत एक टकलाई, ते माता जी ने सुत कर पकड़े अंगन आई, पुत्र दया हाथ फड़ के माता वेड़े विच आई, नेत्र दीआं पलकां नाल एक टक जिवें चकोर देखदा चंद्रमा वाल सतगुरां दे दर्शन कर रही है। गदगद भई ना बोलियो जाई, सास में प्रेम की बड़ी कहानियां अकथ कहानी प्रेम की। गदगद हो गई, कंठ रुक गया, अखां च शम शम हंझू डिगदे है, खुशी दे नहीं। रोना दो प्रकार है, ये मोह दियां हुंदियां कूकां, मोह दे विच बंदा कूकां मारदा, लेरा मारदा, ते अखां तो हंझू तां उदों भी डिगदे। ਉਹ ਰੋਣੇ ਨੂੰ ਵਿਵਰਤ ਕੀਤਾ, ਵਾਲੇ ਵੇ ਕਾਰਨ ਬਾਬਾ ਰੋਈ ਹੈ, ਰੋਵਣ ਸਗਲ ਵਿਕਾਰ ਹੋ, ਵਿਕਾਰ ਹੈ ਉਹ ਰੋਣਾ। ਇੱਕ ਹੈ ਪ੍ਰੇਮ ਦਾ ਰੋਣਾ। ਪ੍ਰੇਮ ਦਾ ਇੱਕ ਹੰਝੂ ਵੀ ਜਿਹੜਾ ਹੈ ਕਈ ਜਨਮਾਂ ਦੇ ਪਾਪਾਂ ਨੂੰ ਰੋੜ ਕੇ ਲੈ ਜਾਂਦਾ, ਜਿਵੇਂ ਨਦੀ ਦਾ ਪਾਣੀ ਰੋੜ ਕੇ ਲੈ ਜਾਂਦਾ ਹੈ,
ਜਦੋਂ ਰੱਬ ਦੇ ਗੁਰੂ ਦੇ ਵਿਰਾਗ ਵਿੱਚ ਆ ਕੇ ਕੋਈ ਰੋਂਦਾ, ਅੱਖਾਂ ਤੋਂ ਹੰਝੂ ਬਹਾਉਂਦਾ ਹੈ, ਤਾਂ ਫਿਰ ਇਹ ਸਮਝ ਲਓ ਵੀ ਕਈ ਜਨਮਾਂ ਦੇ ਪਾਪਾਂ ਨੂੰ ਰੋੜ ਕੇ ਰਹਿ ਜਾਂਦਾ। ਪਰ ਇਹਨੇ ਬਹੁਤੇ ਜਨਮਾਂ 'ਚ ਪਾਪ ਕੀਤੇ ਹੋਏ, ਜਨਮ ਜਨਮ ਦੀ ਮੈਲ ਲੱਗੀ ਹੋਈ, ਇਸ ਕਰਕੇ ਅੱਖਾਂ ਤੋਂ ਹੰਝੂ ਵਗ ਰਹੇ ਹਨ। ਬਾਣੀ ਰਹੀ ਕੰਠ ਉਰਜਾਈ। ਬੋਲਣਾ ਚਾਹੁੰਦੀ ਹੈ ਮਾਤਾ, ਪਰ ਆਵਾਜ਼ ਕੰਠ ਦੇ ਵਿੱਚ ਉਲਝ ਗਈ, ਗਾਹਾਂ ਜ਼ੁਬਾਨ ਤੇ ਨਹੀਂ ਆ ਰਹੀ, ਅਸਤ ਵਿਅਸਤ ਹੋ ਗਈ ਬਾਣੀ। ਸਨੇ ਸਨੇ ਸਾਮੀਪੀ ਹੋਏ। ਹੌਲੀ ਹੌਲੀ ਗੁਰਦੇਵ ਪਾਤਸ਼ਾਹ ਦੇ ਪਲਗੇ ਤੱਕ ਮਾਤਾ ਪਹੁੰਚੀ ਹੈ। ਕਰਮੇ ਗਏ ਪਗ ਪੰਕਜ ਦੋਏ। ਦੋਨੇ ਹੱਥਾਂ ਦੇ ਨਾਲ ਦੋਨੇ ਚਰਨ ਫੜ ਲਏ ਮਾਤਾ ਭਾਗਵਰੀ ਨੇ, ਗੁਰਦੇਵ ਪਾਤਸ਼ਾਹ ਦੇ ਚਰਨਾਂ ਤੇ ਸੀਸ ਰੱਖਿਆ। ਸਿਰ ਧਰ ਪਰ ਕਰ ਪ੍ਰਣਾਮਾ। ਸਿਰ ਧਰ ਕੇ ਧਰਤੀ ਤੇ, ਸਿਰ ਧਰ ਕੇ ਚਰਨਾਂ ਤੇ ਵਾਰ-ਵਾਰ ਮੱਥੇ ਟੇਕ ਰਹੀ ਹੈ। ਦੇਖਤ ਪੁਨ ਸਰੂਪ ਅਬਰਾਮਾ। ਸਤਿਗੁਰਾਂ ਦਾ ਸਰੂਪ ਅਬਰਾਮ ਨਾਮ ਸੁੰਦਰ ਦਾ ਹੈ। ਸੁੰਦਰ ਸਰੂਪ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਵੇਖ ਕੇ ਬੜੀ ਪ੍ਰਸੰਨ ਹੋ ਰਹੀ ਹੈ। ਵਰਸ਼ਾ ਆਪਣੇ ਨਿਕਟ ਕਢਾਇਓ। ਗੁਰੂ ਮਹਾਰਾਜ ਨੇ ਵਰਸ਼ਾ ਆਪਣੇ ਪਲੰਗੇ ਦੇ ਕੋਲ ਗੱਡਿਆ ਹੋਇਆ ਹੈ। ਸੁਭ ਸੇਜਾ ਪਰ ਗੁਰੂ ਸੁਹਾਇਓ। ਇਹ ਸ਼ੁਭ ਸੇਜਾ, ਯਾਨੀ ਸੇਜਾ ਦਾ ਪਹਿਲਾਂ ਵੀ ਆਪ ਜੀ ਨੇ ਅਰਥ ਸੁਣਿਆ, ਜਿਹਦੇ ਵਿੱਚ ਮੰਜਾ, ਬਿਸਤਰਾ, ਰਜਾਈ, ਤਲਾਈ, ਸਰਾਣਾ ਸਾਰੇ ਇਕੱਠੇ ਹੋਣ ਨੂੰ ਸੇਜਾ ਕਹਿੰਦੇ। ਸੌਣ ਸਮੱਗਰੀਆਂ ਕਹਿ ਲਓ, ਸੌਣ ਦੀ ਸਮੱਗਰੀ ਆਰਾਮ ਕਰਦੀ ਸੀ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਲੰਗਾ ਜਿਹੜਾ ਸੁਹਾਇਮਾਨ ਹੈ। ਕਿਤਕ ਸਮੇਂ ਮੈਂ ਧਰ ਕਰ ਧੀਰਾ। ਕਿਤਕ ਸਮੇਂ ਦੇ ਵਿੱਚ ਗੁਰੂ ਸਾਹਿਬ ਵੀ ਚੁੱਪ, ਮਾਤਾ ਦੇ ਹੰਝੂ ਬਹੁਤ ਗੱਲਾਂ ਕਰ ਰਹੇ ਨੇ। ਹੰਝੂਆਂ ਦੀ ਭਾਸ਼ਾ ਹਰੇਕ ਥੋੜੀ ਜਾਣਦਾ, ਇਹਦਾ ਗੁਰੂ ਮਹਾਰਾਜ ਜਾਣਦਾ, ਪਰਮੇਸ਼ਰ ਜਾਣਦਾ ਹੈ। ਕਬੀਰ ਕੇਸੋ ਕੇਸੋ ਕੂ ਕੀ ਹੈ, ਜਾਂ ਕਬੀਰ ਨੂੰ ਪੁੱਛੋ ਵੀ ਉਹਦੇ ਰਾਮ ਨੇ ਕਿਵੇਂ ਇਹਦਾ ਮੁੱਲ ਪਾਇਆ ਤੇਰੇ ਰੋਣ। ਨਾ ਸੋਈਆ ਆਸਾਰ ਰਾਤ ਦਿਵਸ ਕੇ ਹੁਕਮ ਨੇ, ਕਹੂੰ ਤਾਂ ਸੁਣੇ ਪੁਕਾਰ। ਤੇ ਸਤਿਗੁਰੂ ਮਹਾਰਾਜ ਸਾਹਿਬ ਜਾਣਦੇ ਨੇ ਵੀ ਇੱਕ ਇੱਕ ਹੰਝੂ ਦੇ ਅੰਦਰ ਕਿੰਨੇ ਵਿਛੋੜੇ ਦੇ ਹਉਕੇ ਮਿਲੇ ਹੋਏ ਨੇ, ਤੇ ਅੱਜ ਪ੍ਰਾਪਤੀ ਹੋਈ ਹੈ ਤੇ ਖੁਸ਼ ਹੋ ਰਹੀ ਹੈ ਮਾਤਾ। ਅੱਖਾਂ ਤੇ ਹੰਝੂ ਹੈ। ਕੁਝ ਸਮੇਂ ਦੇ ਬਾਅਦ ਧੀਰਜ ਕੀਤੀ, ਟਕਾ ਆਇਆ ਅੰਦਰ, ਕੁਝ ਬੋਲਣ ਦੀ ਸ਼ਕਤੀ ਆਏ। ਬੋਲੀ ਬਿਰਦਾ ਪ੍ਰੇਮ ਵੀਰਾ। ਤੇ ਬੋਲੀ ਬਿਰਦਾ, ਮਾਤਾ ਬਿਰਧ ਅਵਸਥਾ ਹੈ, ਬੋਲੀ ਹੈ ਪ੍ਰੇਮ, ਗਹਿਰੇ ਪ੍ਰੇਮ ਦੇ ਵਿੱਚੋਂ ਆਵਾਜ਼ ਹੈ, ਡੂੰਘਾ ਪ੍ਰੇਮ ਹੈ ਮਾਤਾ ਨੂੰ। ਸਤਿਗੁਰ ਸੰਗ ਲਗਨ ਜਿਸ ਲਾਗੀ। ਜਿਨ੍ਹਾਂ ਦੀ ਲਗਨ ਸਤਿਗੁਰੂ ਮਹਾਰਾਜ ਦੇ ਨਾਲ ਲੱਗੀ ਹੈ। ਸਭ ਰਸ ਤਿਆਗ ਦਰਸ ਅਨਰਾਗੀ। ਸਾਰੇ ਰਸ ਦੁਨੀਆ ਦੇ ਤਿਆਗ ਦਿੱਤੇ, ਕੇਵਲ ਪ੍ਰਮਾਤਮਾ ਗੁਰੂ ਸਾਹਿਬ ਸਰਗੁਣ ਸਰੂਪ ਪਰਮੇਸ਼ਵਰ ਦਾ ਦਰਸ਼ਨਾਂ ਦੀ ਪਿਆਸ ਲੱਗੀ ਹੈ। ਜਿਸ ਕੋ ਨਿਸ਼ਚੈ ਪ੍ਰਾਪਤ ਹੋਏ। ਤੇ ਜਿਹਨੂੰ ਭਾਈ ਪ੍ਰੇਮ ਹੈ, ਨਿਸ਼ਚਾ ਵੀ ਉਸੇ ਨੂੰ ਪ੍ਰਾਪਤ ਹੁੰਦਾ ਹੈ। ਇਹ ਗਾਥਾ ਜਗ ਕਹਿ ਸਭ ਕੋਏ। ਇਹ ਤਾਂ ਸਾਰਾ ਸੰਸਾਰ ਹੀ ਜਾਣਦਾ ਹੈ ਇਹ ਜਿੱਥੇ ਪ੍ਰੇਮ ਹੈ ਉੱਥੇ ਨਿਸ਼ਚਾ ਵੀ ਹੁੰਦਾ ਹੈ। ਸੋ ਪ੍ਰਤੱਖਿਆ ਹੋਏ ਅਬ ਮੇਰੇ। ਉਹ ਅੱਜ ਪ੍ਰਤੱਖ ਹੋ ਗਈ ਹੈ ਮੇਰੇ ਨਾਲ। ਸ੍ਰੀ ਸਤਿਗੁਰ ਤੁਮ ਦਰਸ਼ਨ ਹੈਰੇ। ਹੇ ਸਤਿਗੁਰੂ ਜੀ, ਤੁਹਾਡੇ ਮੈਂ ਅੱਜ ਦਰਸ਼ਨ ਕਰ ਲਏ ਹਨ। ਹਉ ਵਾਰੀ ਹਉ ਸਦ ਬਲਿਹਾਰੀ। ਮੈਂ ਬਲਿਹਾਰ ਜਾਵਾਂ, ਮੈਂ ਬਲਿਹਾਰ ਜਾਵਾਂ, ਮੈਂ ਸਦਕੇ ਜਾਵਾਂ, ਇਹ ਕਹਿ ਰਹੀ। ਮਨ ਕਰਕੇ ਬਲਿਹਾਰ, ਤਨ ਕਰਕੇ ਬਲਿਹਾਰ, ਬਾਣੀ ਕਰਕੇ ਬਲਿਹਾਰ, 3 ਵਾਰੀ ਬਲਿਹਾਰ ਬਲਿਹਾਰ। ਮੈਂ ਸਦਕੇ ਜਾਵਾਂ, ਵਾਰਨੇ ਜਾਵਾਂ। ਹਉ ਸਦਕੇ ਕੋਲੀ ਸਦਵਾਰੀ। ਮੈਂ ਸਦਕੇ ਭੋਲੀ ਜਾਵਾਂ। ਇਹ ਬੜੇ ਸਤਿਕਾਰ ਪ੍ਰੇਮ ਦੇ ਸ਼ਬਦ ਕਹਿ ਰਹੀ ਹੈ। ਗੁੰਦੀ ਫੁੱਲਨ ਮਾਲ ਵਿਸਾਲਾ। ਮਾਲਾ ਗੁੰਦੀ ਹੋਈ ਫੁੱਲਾਂ ਦੀ, ਕਿਉਂਕਿ ਹਰ ਰੋਜ਼ ਧਿਆਨ ਦੇ ਵਿੱਚ ਫੁੱਲਾਂ ਦੀ ਮਾਲਾ ਰੋਜ਼ ਗੁੰਦੀ ਸੀ। ਬਾਲਣ ਜਿਵੇਂ ਭੀਰਣੀ ਹਰ ਰੋਜ਼ ਯਾਦ ਕਰਦੀ ਸੀ ਰਾਮ ਜੀ ਨੂੰ, ਰੋਜ਼ ਮਾਲਾ ਚੌਂਕੀ ਬਣਾਈ ਸੀ, ਉਹਦੇ ਤੇ ਧਿਆਨ ਦੁਆਰਾ ਸਤਿਗੁਰੂ ਨੂੰ ਬਿਠਾਉਂਦੀ ਤੇ ਉਹ ਮਾਲਾ ਰੋਜ਼ ਭੇਟ ਕਰਦੀ। ਅੱਜ ਵੀ ਤਿਆਰ ਸੀ ਮਾਲਾ, ਉਹ ਮਾਲਾ ਜੋ ਗੁੰਦੀ ਹੋਈ ਹੈ। ਪਹਿਰਾਈ ਗੁਰਗਰ ਦੁੱਤ ਮਾਲਾ। ਉਹ ਸੁੰਦਰ ਮਾਲਾ ਗੁਰੂ ਸਾਹਿਬ ਦੇ ਗਲ ਵਿੱਚ ਪਾ ਦਿੱਤੀ, ਫੁੱਲਾਂ ਦੀ ਮਾਲਾ। ਕਰੋ ਪੂਜਨਾ ਗ੍ਰਹਿ ਨਜ਼ਾਰਾ। ਮਹਾਰਾਜ, ਮੈਂ ਆਪਣੇ ਘਰ ਵਿੱਚ ਧਿਆਨ ਦੁਆਰਾ ਤੁਹਾਡੀ ਪੂਜਾ ਕਰਦੀ ਸੀ ਹਰ ਰੋਜ਼। ਤੁਮਹਿ ਤਜਾਂ ਸੁਧਾਰ ਸੁਧਾਰਾ। ਤੁਹਾਡੇ ਵਾਸਤੇ, ਤੁਹਾਡੇ ਬੈਠਣ ਦੇ ਲਈ ਜਿੱਥੇ ਅਸਥਾਨ ਸਵਾਰਿਆ ਹੋਇਆ ਹੈ। ਧਿਆਨ ਧਾਰ ਕਰ ਗੁਰ ਕਰ ਪਹਿਰਾਵੋ। ਮੈਂ ਧਿਆਨ ਦੁਆਰਾ ਇਹ ਫੁੱਲ ਤੁਹਾਨੂੰ ਪਹਿਨਾਉਂਦੀ ਰਹੀ ਹਾਂ। ਭਈ ਸਫਲ ਅਵ ਦਰਸ਼ਨ ਪਾਵੋ। ਪਰ ਅੱਜ ਤਾਂ ਮਹਾਰਾਜ ਪ੍ਰਤੱਖ ਹੀ ਆ ਗਏ ਤੁਸੀਂ।
ਇਸ ਕਰਕੇ ਮੇਰੀ ਘਾਲਣਾ ਸਫਲੀ ਹੋ ਗਈ। ਸੁਨ ਬੋਲੇ ਸ੍ਰੀ ਹਰਿਗੋਬਿੰਦ, ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ, ਕਹਿਣ ਲੱਗੇ, ਕਰਿਓ ਪ੍ਰੇਮ ਤੈ ਬਸੀ ਬਲੰਦ। ਹੇ ਮਾਤਾ ਭਾਗ ਭਰੀ, ਤੈਂ ਪ੍ਰੇਮ ਦੁਆਰਾ ਸਾਨੂੰ ਵਸ ਕਰ ਲਿਆ, ਤੇਰੇ ਪ੍ਰੇਮ ਦੇ ਵਸੀਕਾਰ ਹੋ ਗਏ। ਮਮ ਹਿਤ ਵਸਤਰ ਸੁਧਾਰਿਓ ਨੀਕੋ। ਮਾਤਾ ਨੂੰ ਤਾਂ ਕਹਿਣ ਵੀ ਨਹੀਂ ਦਿੱਤਾ। ਮਹਾਰਾਜ ਕਹਿੰਦੇ, ਮਾਤਾ ਜਿਹੜਾ ਸਾਡੇ ਵਾਸਤੇ ਵਸਤਰ ਤਿਆਰ ਕੀਤਾ ਹੈ, ਅਸੀਂ ਤਾਂ ਵਸਤਰ ਲੈਣ ਆਏ ਆ, ਤੇਰੇ ਹੱਥਾਂ ਦਾ ਕੱਤਿਆ ਵਸਤਰ ਪਹਿਨਣਾ ਅਸੀਂ। ਇਹ ਬਾਤ ਮਹਾਰਾਜ ਨੇ ਕਹਿ ਦਿੱਤੀ। ਇਸ ਦਿਨ ਕਰ ਅਨੁਰਾਗਤ ਜੀ ਕੋ। ਰਾਤ ਦਿਨ ਪ੍ਰੇਮ ਕਰਦੀ ਸੀ ਹਿਰਦੇ ਵਿੱਚ। ਸੋ ਮੈਂ ਪਹਿਰਨ ਹਿਤ ਚਲੇ ਆਇਓ। ਮੈਂ ਇਹ ਵਸਤਰ ਪਹਿਨਣ ਦੇ ਵਾਸਤੇ ਬੜੀ ਦੂਰ ਤੋਂ ਚੱਲ ਕੇ ਆਇਆ। ਅਪਰਨਾ ਅੰਬਰ ਮੋਹਿ ਸੁਹਾਇਓ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ, ਮਾਤਾ ਤੇਰੇ ਵਸਤਰਾਂ ਤੋਂ ਬਿਨਾਂ ਮੈਨੂੰ ਕੋਈ ਹੋਰ ਵਸਤਰ ਨਹੀਂ ਚੰਗੇ ਲੱਗਦੇ, ਤੇਰੇ ਪ੍ਰੇਮ ਦੇ ਵਸਤਰ ਲੈਣ ਆਇਆ ਹਾਂ। ਗਰੀਬੀ ਦੀ ਹਾਲਤ ਦੇ ਵਿੱਚ ਸੂਤੀ ਵਸਤਰ ਕੱਤਿਆ ਹੋਇਆ ਬਣਾਇਆ ਹੋਇਆ। ਮਹਾਰਾਜ ਕਹਿੰਦੇ, ਇਹੀ ਵਸਤਰ ਪਹਿਨਣਾ ਹੁਣ ਅਸੀਂ। ਸੋ ਮੋਕੋ ਕਹੋ ਅਬ ਦਿਹੋ ਸਿਵਾਏ। ਮਹਾਰਾਜ ਕਹਿੰਦੇ, ਉਹ ਵਸਤਰ ਅਣਸੀਤਾ ਪਿਆ ਤੇਰੇ ਕੋਲ, ਹੁਣ ਉਹ ਵਸਤਰ ਦਰਜੀ ਨੂੰ ਬੁਲਾ ਕੇ, ਮਾਤਾ ਚੋਲਾ ਬਣਾ ਮੇਰੇ ਵਾਸਤੇ ਤੇ ਮੈਂ ਗਲ ਵਿੱਚ ਪਾ। ਇਹ ਵਚਨ ਗੁਰੂ ਹਰਗੋਬਿੰਦ ਸਾਹਿਬ ਨੇ ਕਹਿ ਦਿੱਤੇ। ਪਹਿਰੋਂ ਤਨ ਮੈਂ ਮੋਦ ਪਾਏ। ਮੈਂ ਜਦੋਂ ਤਨ ਤੇ ਵਸਤਰ ਪਹਿਨ ਲਵਾਂਗਾ, ਮੈਨੂੰ ਬੜੀ ਪ੍ਰਸੰਨਤਾ ਹੋਏਗੀ। ਸੁਨ ਬਿਸਮਤ ਜਿਤ ਹੋਇ ਕਰ ਕਹਿਓ। ਬਿਸਮਾਲ ਹੋ ਗਈ ਮਾਤਾ, ਅਚਰਜ ਹੋ ਗਈ। ਉਸ ਵੇਲੇ ਵਚਨ ਕਹਿੰਦੀ ਹੈ, ਮੈਂ ਤੁਮਰੇ ਇਹ ਅਚਰਜ ਲਹਿਓ। ਇਹ ਕੋਈ ਅਚਰਜ ਬਾਤ ਨਹੀਂ ਮਹਾਰਾਜ, ਮੁੱਢ ਕਦੀਮਾ ਤੋਂ ਹੀ ਤੁਹਾਡਾ ਸੁਭਾਅ ਹੈ। ਕਰਤੇ ਰਹੇ ਸਦਾ ਇਸ ਭਾਂਤੀ। ਆਪ ਜੀ ਸਾਰੇ ਯੁਗਾਂ ਵਿੱਚ ਇਸੇ ਤਰ੍ਹਾਂ ਕਰਦੇ ਰਹੇ ਹੋ। ਨਹੀਂ ਵਿਚਾਰੋ ਜਾਤ ਕੋ ਜਾਤੀ। ਨਾ ਤੁਸੀਂ ਜਾਤ ਵੇਖਦੇ ਹੋ, ਨਾ ਕੁਜਾਤ ਵੇਖਦੇ ਹੋ, ਕੇਵਲ ਪ੍ਰੇਮ ਵੇਖਦੇ ਹੋ। ਇਸਤਰੀ ਪੁਰਖ ਨਾ ਧਨ ਗੁਣ ਕੋਈ। ਨਾ ਇਸਤਰੀ ਦੇਖਦੇ ਹੋ, ਨਾ ਪੁਰਸ਼ ਦੇਖਦੇ ਹੋ, ਨਾ ਕੋਈ ਗੁਣ ਵੇਖਦੇ ਹੋ, ਕੇਵਲ ਪ੍ਰੇਮ ਵੇਖਦੇ ਹੋ। ਗੁਰੂ ਕਲਗੀਧਰ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਦੀ ਬਾਣੀ ਦੇ ਅੰਦਰ ਆਪ ਜੀ ਨੇ ਫਰਮਾਨ ਕੀਤਾ, ਸਾਚ ਕਹੂੰ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ। ਤੇ ਪ੍ਰੇਮ ਜਿਹੜਾ ਹੈ ਤੇ ਉਹਦੇ ਦੁਆਰਾ ਹੀ ਪਰਮੇਸ਼ਰ ਮਿਲਦਾ ਹੈ। ਪ੍ਰੇਮ ਹਿਰਦੇ ਹੋਏ ਪਰਖੋ ਸੋਈ। ਜਿਹਦੇ ਹਿਰਦੇ 'ਚ ਪ੍ਰੇਮ ਹੋਵੇ, ਬਸ ਉਹਦੀ ਪਰਖਣਾ ਹੀ ਕਰਦੇ ਹੋ ਤੇ ਪ੍ਰੇਮ ਦੀ ਪਰਖਣਾ। ਸਾਸਰੀ ਇੱਥੇ ਇੱਕ ਗੱਲ ਸਮਝਣ ਵਾਲੀ ਹੈ। ਚਲਦੀਆਂ ਵਿਚਾਰਾਂ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਸਾਨੂੰ ਬਹੁਤ ਜ਼ਰੂਰੀ ਸਮਝਣੀਆਂ। ਪ੍ਰੇਮ ਤੇ ਮੋਹ ਦਾ ਬੜਾ ਅੰਤਰ ਹੈ। ਅਸੀਂ ਕਈ ਵਾਰ ਮੋਹ ਦੇ ਥਾਂ ਤੇ, ਹੁੰਦਾ ਤਾਂ ਮੋਹ ਹੈ, ਪਰ ਅਸੀਂ ਉਹਨੂੰ ਪ੍ਰੇਮ ਵਰਤ ਲੈਂਦੇ। ਅਗੇ ਜੀ ਮੇਰਾ ਮੇਰੇ ਬੱਚੇ ਨਾਲ ਬੜਾ ਪ੍ਰੇਮ ਹੈ, ਗਲਤ ਬਾਤ ਹੈ। ਬੱਚੇ ਨਾਲ ਤੁਹਾਡਾ ਮੋਹ ਹੈ, ਪ੍ਰੇਮ ਨਹੀਂ ਹੈ। ਪਰਿਵਾਰ ਦੇ ਨਾਲ ਮੋਹ ਹੈ, ਪ੍ਰੇਮ ਨਹੀਂ ਹੈ। ਪ੍ਰੇਮ ਤੇ ਮੋਹ ਦਾ ਅੰਤਰ ਹੈ, ਬਹੁਤ ਅੰਤਰ ਹੈ। ਮੋਹ ਇੱਕ ਜਾਲ ਹੈ ਫਸਾਉਣ ਵਾਸਤੇ, ਤੇ ਪ੍ਰੇਮ ਉਹ ਸ਼ਕਤੀ ਹੈ ਜਿਹੜੀ ਜਾਲ ਦੇ ਵਿੱਚੋਂ ਫਸੇ ਹੋਏ ਨੂੰ ਬਾਹਰ ਕੱਢ ਦਿੰਦੀ ਹੈ। ਪੰਥ ਜੋ ਮੋਹ ਪਗ ਨਹੀਂ ਚੱਲਦਾ, ਇੱਕ ਕਦਮ ਵੀ ਰੱਬ ਵਾਲੇ ਪਾਸੇ ਨੂੰ ਨਹੀਂ ਚੱਲ ਸਕਦਾ। ਮੋਹ ਦਾ ਚਿੱਕੜ ਹੈ ਤੇ ਪ੍ਰੇਮ ਪਵਿੱਤਰ ਜਲ ਹੈ ਜਿਹੜਾ ਚਿੱਕੜ ਨੂੰ ਧੋ ਦਿੰਦਾ ਹੈ। ਪ੍ਰੇਮ ਤੇ ਮੋਹ ਦਾ ਫਰਕ। ਇਹਦੇ ਜੇ ਅੱਖਰੀ ਅਰਥ ਲਈਏ ਤਾਂ ਮੰਮਾ ਤੇ ਹਾਹਾ ਦੋ ਅੱਖਰਾਂ ਨੂੰ ਜੋੜ ਕੇ ਬਣਦਾ ਮੋਹ। ਤੇ ਮੋਹ ਦਾ ਅਰਥ ਕੀ ਹੈ? ਹਾਹੇ ਤੋਂ ਭਾਵ ਹੈ ਹੰਗਤਾ, ਅਹੰ ਭਾਵ। ਮੋਹ ਤੋਂ ਭਾਵ ਹੈ ਮੇਰਾਪਣ, ਆਪਣਾਪਣ, ਮੈਂ ਤੇ ਮੇਰੀ ਦਾ ਸਮਿਲਤ ਭਾਵ ਹੈ ਮੋਹ। ਮੈਂ ਮੇਰੀ ਦਾ ਭਾਵ ਹੈ ਇਹਦੇ ਵਿੱਚ। ਔਰ ਅਹੰ ਭਾਵ ਹੰਕਾਰ ਤੇ ਮੈਂ ਦੋਨੋਂ ਮਿਲ ਕੇ ਆਪਸ ਵਿੱਚ ਐਨ ਘੁਲ ਮਿਲ ਜਾਣ ਤਾਂ ਫਿਰ ਮੋਹ ਪੈਦਾ ਹੁੰਦਾ ਹੈ। ਮੋਹ ਦੇ ਵਿੱਚ ਸਵਾਰਥ ਹੁੰਦਾ ਹੈ। ਮੋਹ ਦੇ ਵਿੱਚ ਕੋਈ ਲੈਣ ਦੇਣ ਦਾ ਸੌਦਾ ਹੁੰਦਾ ਹੈ। ਮੈਂ ਬੱਚੇ ਦੇ ਨਾਲ ਮੋਹ ਕਰ ਰਿਹਾ, ਇਹ ਵੱਡਾ ਹੋਊਗਾ ਮੈਨੂੰ ਸੰਭੂਗਾ। ਮੈਂ ਸੰਤਾਨ ਨੂੰ ਪਾਲਦੇ ਆ, ਬੁਢਾਪੇ ਦੇ ਵਿੱਚ ਮੇਰੀ ਸੇਵਾ ਕਰਨ, ਇੱਕ ਸੌਦਾ ਹੈ। ਪ੍ਰੇਮ ਦੇ ਵਿੱਚ ਕੋਈ ਸੌਦਾ ਨਹੀਂ ਹੈ। ਪ੍ਰੇਮ ਕੁਰਬਾਨ ਹੁੰਦਾ ਹੈ। ਪ੍ਰੇਮ ਕੁਛ ਦਿੰਦਾ ਹੈ, ਲੈਂਦਾ ਕੁਛ ਵੀ ਨਹੀਂ। ਤੇ ਮੋਹ ਦੇ ਵਿੱਚ ਤਾਂ ਵਪਾਰ ਹੈ, ਲੈਣ ਦੇਣ। ਪ੍ਰੇਮ ਦੇ ਵਿੱਚ ਜੋ ਕੁਛ ਕੋਲ ਹੈ ਉਹ ਬਾਹਰ ਦਿੰਦਾ ਸਭ ਕੁਛ।
जो तो प्रेम खेलन का जाओ, सिर तर तली गली मुड़िया। इत मार्ग पैर तरीजे, सिर दीजे कान मुड़िया। ये प्रेम के अर्थ की हैं? मैं शब्द ये 3 अखरां दा सुमेल है। प्रेम मम्मे नूं पिछों अलग कर दिए थोड़ा जा, तो शब्द रह गया परे। जमा मैं तो परे होना ही प्रेम है। परमात्मा की प्राप्ति का कारण ही मैं तो परे होना है। जिन्नी देर तक ये अंदर मैं है, उन्नी देर तक परमात्मा नहीं। ते इस करके मैं तो परे होने नूं प्रेम कहा है। जदों मैं ते परे हो गया, सब कुछ कुर्बान हो गया। तन भी तेरा, मन भी तेरा, धन भी तेरा, कोई चीज बाकी अपने लिए बची नहीं, समर्पित हो गया। प्रेम समर्पित करता सब कुछ, तन मन धन सब सौंप गुरु को, गुरु नूं सौंप दिता। केवल हुक्म वजो हुक्म मारे वो करीदा, हुक्म ने पाए। इस करके प्रेम नूं मैं तो परे होण दी अवस्था दे विच परमात्मा मिलदा है। जब लग मेरी मेरी करे तब लग काज एक नहीं सके। जा मेरी मेरी मिट जाए तो प्रकाश सवारा है। कि इस करके हमें करी ता तू नाही, तू होवे हो ना है। बूझो ज्ञानी बूझना, ये अकथ कथा मर्मा है। माता भाग परी समर्पित हो गए, अपने लिए कुछ नहीं रखा, सब कुछ गुरु नूं अर्प दिता है। ते अज गुरु बूहे देखो आप चल के गए। ते सतगुरु महाराज साहब सच्चे पातशाह नूं माता कह रही है, महाराज मुढ़ कदीमां दा तुहाडा यही सुभाव है। ते तुसीं केवल प्रेम देखदे हो, ते कोई जात कुजात नहीं देखदे। सच्चे पातशाह कोई स्त्री पुरुष भी नहीं देखदे, कोई गुण भी नहीं देखदे। ये वचन कह रहे माता जी। नहीं तो मैं मत मंद मलीनी, नहीं तो महाराज मैं मत करके मलीन, मेरी मत थोड़ी राम। मलीनता है मेरी मत विच, पर यह मत पापा के संग महाराज तो असी खिन खिन भूलन हार गुरुदेव। तुसी ये नहीं वेख्या है धन गुण सकल भांति हीनी, ना मेरे च धन का कोई गुण। घर में लोहड़ियां की गरीबी है, धन भी नहीं है, गरीबी घर में है, कोई शक्ति नहीं। धन गुण सकल भांत ते हीनी, मैं तो सारे भांतां करके हीनी हाँ, कमजोर हाँ, खाली हाँ, मेरे च कोई गुण नहीं है। ते ये है प्रेम की खेड भी, सब कुछ करके भी ते अपने हंगता किसी कर्म विच मेले नहीं माता। इसे करके प्राप्ति हो गई। बेगम पंथ जय बृंद पहाड़ना, बहुत कठिन रास्ता, पहाड़ां दा रास्ता। गुरुदेव तुसी चल के आए एडी दूर ते, सब उलंघ पहुंचे जिस कारण, जिस कारण तुसी सारा पंथ रास्ता बिखड़ा पिंडा लंघ के पहुंच गए हो, ये सिर्फ प्रेम दा ही कारण है। वस्त्रां दी कोई तुहाडे कोल महाराज तुसीं शहनशाह हो, किन्ने वस्त्र रोज वंडदे हो, किन्ना धन वंडदे हो। ये तो एक तुसीं प्रेम वेख के कह रहे भी मैं तुहाडा ये वस्त्र पहनना है। सिख परे बिरद आपको सचेना, बस सिख तेनू प्यारे ना, ये तेरा धर्म है। भगत वचल तुम रूप विशन जना, भगत वत्सल ये शब्द बहुत आउंदा गुरबाणी। बच्छल का अर्थ प्यारा होंदा है, भगतां दा प्यारा भगत वत्सल है। ते इस करके उहदे बहुत सारे नाम ने जिथे भगत वत्सल है। ते भाई साहब भाई गुरदास साहब जी कहते हैं, कहते जदों मैं परमात्मा के नाम पढ़ता गया, विचारता गया, जदों मैं वेख्या भी परमात्मा भगत वत्सल है, कहते मेरे हृदय च उदास दीन दियां लहरां उठ खड़ियां। मैं उदास हो गया। मैं क्या दाता, मैं तो भगत नहीं हाँ, इस करके मैं तो तेनों प्यारा ही नहीं हो सकता। भगती नहीं है मेरे विच। भगत वचन सुन हो तो हो निराश रहता है। मैं निराश हो गया, आशा तो रहत हो गया, मेरी कोई गिणती नहीं। पर कहते जदों मैं अगे चल के वेख्या ते मैनू तेरा एक होर बिरद, तेरा एक होर धर्म, तेरी एक होर आदत, एक होर सुभाव
ਮੈਨੂੰ ਲੱਭ ਗਿਆ ਕਿ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਕਹਿੰਦੇ ਜਿਸ ਵੇਲੇ ਮੈਂ ਸੁਣਿਆ ਵੀ ਤੇਰਾ ਨਾਮ ਪਤਿਤ ਪਾਵਨ ਹੈ, ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਦਾ। ਰਵਿਦਾਸ ਨੇ ਸਾਹਮਣੇ ਰੱਬ ਦੇ ਕਹਿ ਦਿੱਤਾ, ਤੇਰਾ ਪਤਿਤ ਪਾਵਨ ਨਾਮ ਤਾਂ ਹੋਇਆ ਜੇ ਅਸੀਂ ਪਾਪ ਕੀਤੇ, ਤੂੰ ਸਾਨੂੰ ਪਾਪੀਆਂ ਨੂੰ ਪਵਿੱਤਰ ਕੀਤਾ, ਉਹਦਾ ਨਾਮ ਪਤਿਤ ਪਾਵਨ ਵੀ ਹੈ। ਤੇ ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ, ਭਗਤ ਵਚਨ ਸੁਣ ਹੋਤ ਹੋ ਨਿਰਾਸ ਹਿਰਦੈ, ਪਤਿਤ ਪਾਵਨ ਸੁਣ ਆਸਾ ਬਨ ਧਾਰ ਹੋ। ਆਸਾ ਵੱਧ ਗਈ ਵੀ ਚਲੋ ਜੇ ਭਗਤਾਂ ਦੇ ਵਿੱਚ ਗਿਣਤੀ ਨਹੀਂ, ਪਾਪੀਆਂ 'ਚ ਤਾਂ ਹਾਂ ਹੀ। ਤੇ ਹਾਂ ਤਾਂ ਤੇਰੇ ਪਾਪੀ ਵੀ ਦੋ ਤਰ੍ਹਾਂ ਦੇ ਨੇ, ਇੱਕ ਉਹ ਜਿਹੜੇ ਰੱਬ ਨੂੰ ਸਮਰਪਿਤ ਨਹੀਂ ਹੋ, ਪਾਪ ਕਰੀ ਜਾਂਦੇ ਰੱਬ ਨੂੰ ਮੰਨਦੇ ਹੀ। ਕਹਿੰਦੇ ਜੇ ਸਾਡੇ ਕੋਲ ਪਾਪ ਹੋਏ ਪਰ ਤੇਰੇ ਦੁਆਰੇ ਬੈਠੇ ਆ, ਤੇਰੇ ਆ, ਤੇ ਫਿਰ ਤੈਨੂੰ ਆਪ ਹੀ ਪਤਿਤ ਪਾਵਨ ਨਾਮ ਦੀ ਲਾਜ ਹੋਏਗੀ, ਪਵਿੱਤਰ ਕਰਕੇ ਆਪਣੇ ਖਜ਼ਾਨੇ 'ਚ ਪਾ ਲਈ, ਸੁੱਧ ਕਰਕੇ ਆਪਣੇ ਖਜ਼ਾਨੇ 'ਚ ਪਾ ਲਈ। ਅਸੀਂ ਤਾਂ ਕਰ ਬੈਠੇ ਜਿਹੜਾ ਕੋਈ ਕਰਕੇ, ਹੁਣ ਸਾਡੇ ਗੁਨਾਹਾਂ ਵੱਲ ਨਾ ਵੇਖ, ਤੂੰ ਆਪਣੇ ਪਤਿਤ ਪਾਵਨ ਧਰਮ ਵੱਲ ਵੇਖ। ਇਸ ਕਰਕੇ ਮਹਾਰਾਜ ਤੁਸੀਂ ਭਗਤ ਵਚਨ ਵੀ ਹੋ। ਮੋਹਿ ਪਤਿਤ ਕੋ ਪਾਵਨ ਕੀਨਾ, ਮੈਨੂੰ ਪਤਿਤ ਨੂੰ ਤੁਸੀਂ ਪਵਿੱਤਰ ਕਰ ਦਿੱਤਾ, ਉਹ ਵੀ ਨਾਮ ਨਾਲ ਆ ਗਿਆ ਪਤਿਤ। ਦੀਨਨ ਪਰ ਕਰਨਾ ਰਸ ਭੀਨਾ, ਦੀਨ ਨਾਮ ਹੈ ਗਰੀਬਾਂ ਦਾ, ਯਤੀਮਾਂ ਦਾ, ਜਿਨ੍ਹਾਂ ਦਾ ਕੋਈ ਨਾ ਹੋਵੇ, ਤੇ ਤੂੰ ਉਹਨਾਂ ਦਾ ਰੱਖਿਅਕ ਹੈ। ਗਲਾ ਆਪ ਕੀ ਸਤੁਤ ਬਖਾਨਾ, ਮੈਂ ਤੁਹਾਡੀ ਉਸਤਤ ਕਿਹੜੀ ਜ਼ੁਬਾਨ ਨਾਲ ਕਰਾਂ, ਕਿਹੜੇ ਸ਼ਬਦਾਂ ਨਾਲ ਕਰਾਂ ਜੀ। ਅਲਪਮਤੀ ਕੁਛ ਨ ਕਹਿਨੇ ਜਾਨੋ, ਮੇਰੀ ਮਤ ਥੋੜੀ ਹੈ, ਮੈਂ ਕੁਛ ਵਿਚਾਰ ਜਾਣਦੀ ਨਹੀਂ ਚੰਗੇ ਤੁਹਾਡੀ ਉਸਤਤ ਦੇ ਜੀ। ਅਦਮ ਉਧਾਰਨ ਨਾਮ ਤੁਮਾਰਾ, ਨੀਚਾਂ ਦਾ ਉਧਾਰ ਕਰਨਾ ਇਹ ਤੁਹਾਡਾ ਮਹਾਰਾਜ ਕਾਰਨ ਹੀ ਹੈ। ਸਹਿ ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹਨੂੰ ਤੇਰਾ, ਇਹ ਤੁਹਾਡਾ ਕਰਤਵ ਹੈ। ਨੀਕੇ ਨੀਕੇ ਨਰਤਾਰਾ, ਮੈਂ ਇਹ ਧਾਰ ਲਿਆ ਹਿਰਦੇ ਵਿੱਚ, ਨੀਕੇ ਸੁੰਦਰ ਤੇਰਾ ਇਹ ਗੁਣ ਵੀ ਪਾਪੀਆਂ ਨੂੰ ਪਵਿੱਤਰ ਕਰਨ ਲਈ ਆਇਆ ਹੈ। ਦੇਖੋ ਪ੍ਰੇਮ ਕੇ ਨਰ ਹੋਏ ਨਾਰੀ, ਤੁਸੀਂ ਪ੍ਰੇਮ ਵੇਖਦੇ ਹੋ, ਇਸਤਰੀ ਹੋਵੇ ਜਾਂ ਪੁਰਸ਼ ਹੋਵੇ। ਗਤ ਸੁਭਾਅ ਕੇ ਮਹਿਤ ਵਿਚਾਰੀ, ਇਹ ਗਤ ਸੁਭਾਅ ਆਪ ਜੀ ਦੇ ਸੁਭਾਅ ਦੀ ਦਸ਼ਾ ਬੜੀ ਉੱਚੀ ਵਿਚਾਰੀ ਜਾਂਦੀ ਹੈ। ਨੌਰਿਦ ਸਿੱਧਨ ਸਭ ਕੋ ਸੁਆਮੀ, ਨੌ ਨਿਧ ਇਹਨਾਂ ਸਾਰਿਆਂ ਦਾ ਤੁਸੀਂ ਨੌ ਨਿਧਾਂ ਦੇ ਸੁਆਮੀ ਮਾਲਕੋਂ, ਪਦਮਾ ਮਹਾਪਦਮ ਮਕਾਰ ਮੁਕੰਦ ਕੁੰਦ ਨੀਲ ਸੰਗ ਖਰਬ ਆਦਿ ਇਹ ਨਿਧੀਆਂ ਦੇ ਨਾਂ ਹਨ ਸਾਸ, ਤੇ ਤੁਸੀਂ ਇਹਨਾਂ ਦੇ ਮਾਲਕ ਹੋ ਜੇ। ਔਖਣ ਕਰੋ ਸਰਵਤਰ ਜਾਮੀ, ਸਾਰਿਆਂ ਨੂੰ ਭਰਨ ਵਾਲੇ ਹੋ ਦਾਤਾ ਜੀ। ਕਿਆ ਇੱਕ ਵਸਰ ਨਹੀਂ ਸੋਨਿਕਾ, ਕਿਆ ਵਸਤਰ ਹੈ ਮਹਾਰਾਜ, ਉਹ ਵੀ ਕੋਈ ਬਹੁਤਾ ਚੰਗਾ ਨਹੀਂ ਹੈ। ਉਹ ਲੈਣ ਵਾਸਤੇ ਇੰਨੀ ਦੂਰ ਤੋਂ ਚੱਲ ਕੇ ਆਪ ਆਏ, ਇਹ ਵੀ ਕਿਸੇ ਸਿੱਖ ਦੇ ਹੱਥ ਮੰਗਾ ਲੈ। ਇਹ ਤਾਂ ਮਹਾਰਾਜ ਪ੍ਰੇਮ ਦੀ ਕਹਾਣੀ ਸਾਰੀ ਹੈ। ਤੁਸੀਂ ਗਰੀਬ ਨਵਾਜ ਹੋ, ਜਿਸ ਹਿਤ ਸ੍ਰੀ ਸੋਢੀ ਕੁਲ ਟੀਕਾ, ਉਹਦੇ ਵਾਸਤੇ ਸੋਢੀ ਕੁਲ ਦੇ ਸ਼੍ਰੋਮਣ ਸਤਿਗੁਰੂ ਜੀ ਪੰਥ ਬਿਕਮ ਕੋ ਲਾਂਘਤੇ ਆਏ, ਤੁਸੀਂ ਕਠਿਨ ਰਸਤਾ ਤੈਅ ਕਰਕੇ ਆ ਗਏ ਹੋ। ਮੁਝ ਜੀਵਤ ਕੋ ਦਰਸ਼ ਦਿਖਾਏ, ਮਹਾਰਾਜ ਇਹ ਚੰਗਾ ਕੀਤਾ ਵੀ ਜਿਉਂਦੀ ਜਿਉਂਦੀ ਨੂੰ ਦਰਸ਼ਨ ਹੋ ਗਏ, ਤੇ ਨਹੀਂ ਤਾਂ ਆਸ ਦਰਸ਼ਨਾਂ ਦੀ ਕਿਤੇ ਵਿੱਚ ਹੀ ਨਾ ਰਹਿ ਗਈ ਹੁੰਦੀ। ਇਹ ਤੁਸੀਂ ਮੇਰੇ ਤੇ ਕਿਰਪਾ ਕੀਤਾ, ਹੁਣ ਮੇਰੇ ਪ੍ਰਾਣ ਸੌਖੇ ਨਿਕਲ ਜਾਣਗੇ। ਹੁਣ ਮੈਂ ਸਰੀਰ ਤੁਹਾਡੇ ਦਰਸ਼ਨਾਂ ਲਈ ਉਹ ਰੱਖਿਆ ਹੋਇਆ ਸੀ, ਤੁਸੀਂ ਬੜੀ ਕਿਰਪਾ ਕੀਤੀ ਹੈ। ਜਿਮ ਕਹਿ ਹੋ ਤੋ ਵਾਰ ਨੂੰ ਹਿਤ ਸੋ, ਤੇ ਹਿੱਤ ਨਾਲ ਵਾਰ ਨਹੀਂ ਕਰ ਰਹੀ ਹੈ। ਸਤਿਗੁਰੂ ਮਹਾਰਾਜ ਸਤੇ ਪ੍ਰਵਾਨ ਹੋ ਰਹੀ ਹੈ। ਹਰੀ ਪ੍ਰਕਰਮਾ ਹਰਕਤ ਚਿਤ ਸੋ, ਮਹਾਰਾਜ ਸਾਹਿਬ ਜੀ ਦੇਖੋ ਤੁਰਿਆ ਨਹੀਂ ਜਾਂਦਾ, ਪੁੱਤਰ ਦੀ ਬਾਹ ਫੜ ਕੇ ਕਹਿੰਦੀ ਪੁੱਤਰਾ ਪ੍ਰਕਰਮਾ ਕਰਾ ਦੇ ਗੁਰੂ ਦੀਆਂ। ਇਹ ਪ੍ਰਕਰਮਾ ਕਰ ਰਹੀ ਹੈ। ਤ੍ਰਿਪਤ ਨਾ ਹੋਤ ਬਿਲੋਕਤ ਲੋਚਨ, ਅੱਖਾਂ ਰੱਜਦੀਆਂ ਨਹੀਂ, ਵਾਰ-ਵਾਰ ਦਰਸ਼ਨ ਕਰਦੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਨਿਤ ਚਿਤਵਤ ਸੋਚਨ ਕਰ ਮੋਚਨ, ਨਿਤ ਚਿਤਵਦੀ ਸੀ, ਸੋਚਦੀ ਸੀ, ਮੇਰੀਆਂ ਸੋਚਾਂ ਨੂੰ ਛੁਡਾ ਦਿੱਤਾ ਹੈ। ਅੰਤਰ ਜਾਏ ਵਸਤਰ ਕੋ ਲਿਆਈ, ਅੰਦਰ ਗਈ, ਅੰਦਰ ਜਾ ਕੇ ਵਸਤਰ ਲੈ ਕੇ ਆਈ ਮਾਤਾ। ਜਿਸ ਪਰ ਅਦਕ ਸੁਗੰਧ ਸੰਚਾਈ, ਉਹਦੇ ਉੱਤੇ ਸਾਸ ਜੀ ਸੁਗੰਧੀ ਛਿੜਕੀ ਹੋਈ। ਪੂਜੋ ਚੰਦਨ ਕੇਸਰ ਕੋ ਕਾ, ਸੁਗੰਧਿਤ ਪਦਾਰਥਾਂ ਦੇ ਨਾਲ ਗੁਰੂ ਦੀ ਪੂਜਾ ਕਰਨੀ ਸਾਸ ਜੀ ਗੁਰੂ ਨਾਨਕ ਦੀ ਗੱਦੀ ਦੀ, ਐਸਾ ਲਿਖਿਆ ਹੈ। ਇਹ ਵੀ ਮਾਤਾ ਨੇ ਵਸਤਰ ਤੇ ਸੁਗੰਧੀ ਛਿੜਕੀ ਹੋਈ ਹੈ। ਪ੍ਰਤ ਸੀਗਰਤਾ ਧਰਿਓ ਉਗਾਰੀ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕਰੀ ਪ੍ਰਕਰਮਾ ਕੀਤੀ ਪਹਿਲਾਂ, ਤੇ ਫਿਰ ਸਾਧ ਸੰਗੀਤ ਲਿਆ ਕੇ ਵਸਤਰ ਜਿਹੜਾ ਅੰਤਰ ਜਾਏ ਵਸਤਰ ਕੋ ਲਿਆਈ, ਜਿਸ ਪਰ ਅਦਕ ਸੁਗੰਧ ਵਿੱਚ ਹੈ।
ਕਰਤ ਸੀਗਰਤਾ ਧਰੇ ਅਗਾਰੀ, ਅੱਗੇ ਹੱਥ ਰੱਖ ਜੋੜ ਕੇ ਵਸਤਰ ਅੱਗੇ ਰੱਖ ਦਿੱਤਾ। ਹੱਥ ਜੋੜ ਪੁਨ ਬੰਧਨ ਧਾਰੀ, ਹੱਥ ਜੋੜ ਕਰਕੇ ਫਿਰ ਮੱਥਾ ਟੇਕ ਦਿੱਤਾ ਵਸਤਰ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਜੀ ਕੱਲ ਦੇ ਟਾਈਮ ਦੇ ਵਿੱਚ ਜੋ ਕਥਾ ਆਏਗੀ, ਇਹ ਮਹਾਰਾਜ ਸਾਹਿਬ ਜੋ ਵਸਤਰ ਨੂੰ ਵੇਖ ਕੇ ਕਹਿਣਗੇ, ਮਾਤਾ ਇਹ ਅਣਸੀਤਾ ਹੈ, ਦਰਜੀ ਬੁਲਾ, ਚੋਲਾ ਬਣਾਓ, ਮੈਂ ਕੌਣ ਪਹਿਨਣਾ ਹੈ, ਚੋਲਾ ਪਹਿਨਾਂਗਾ। ਉਹ ਫਿਰ ਦਰਜੀ ਆਏਗਾ, ਨਾਪ ਲਏਗਾ, ਫਿਰ ਚੋਲਾ ਬਣੂ ਤਾਂ ਸਤਿਗੁਰੂ ਜੀ ਨੇ ਚੋਲਾ ਪਹਿਨਿਆ ਹੈ। ਇਹ ਪ੍ਰੇਮ ਦੀ ਅਕਥ ਕਥਾ ਬਾਕੀ ਦੀ ਰਹਿੰਦੀ ਸਾਸ ਜੀ ਚਲਦੀ ਲੜੀ ਦੇ ਵਿੱਚ ਅੱਗੇ ਆਪਾਂ ਆਨੰਦ ਮਾਣਾਂਗੇ। ਤੇ ਹੁਣ ਸਮਾਂ ਸਮਾਪਤੀ ਦੇ ਨੇੜੇ ਪਹੁੰਚ ਗਿਆ। ਆਪ ਸਾਰੀਆਂ ਸੰਗਤਾਂ, ਦੂਰ ਦਰਾਡੇ ਬੈਠੀਆਂ ਸੰਗਤਾਂ ਦਾ ਔਰ ਗੁਰੂ ਦਰਬਾਰ ਵਿੱਚ ਬੈਠੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਰਵਣਾ ਦਰਸ਼ਨ ਕੀਤੇ, ਆਨੰਦ ਮਾਣਿਆ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਜੀ ਢਾਡੀ ਸਿੰਘ ਸਾਹਿਬਾਨਾਂ ਤੋਂ ਲਾਹਾ ਪ੍ਰਾਪਤ ਕਰੀਏ। ਸਤਿਗੁਰਾਂ ਦੀ ਬੜੀ ਮਹਾਨ ਕਿਰਪਾ ਹੈ, ਬੜਾ ਸੁੰਦਰ ਪ੍ਰਚਾਰ ਕਰਦੇ ਹਨ, ਜੀਵਨ ਵਾਲੇ ਗੁਰਮੁਖ ਹਨ। ਹਾਂਜੀ ਜੀ ਕਰ ਸੀਗਰਤਾ ਧਰਿਓ ਅਗਾੜੀ, ਹੱਥ ਜੋੜ ਪੁਨ ਬੰਧਨ ਧਾਰੀ। हे गोविंद हे गोपाल हे दयाल प्राणनाथ अनाथ सखे दीन दर्द निवार। हे समर्थ कलम पूर्ण मोहे मैं अपार, अंधरूप महापया नानक पार उतार। आए प्रभु शरणागति कृपा नित दयाल, एक अखर हर मन वस्त नानक होत निहाल। वाहिगुरु नाम जहाज है, चढ़े सो तरे पार। जो श्रद्धा कर सेव दे गुर पार उतार। जो श्रद्धा कर सेव दे गुर पार उतार। वाहिगुरु जी का खालसा, वाहिगुरु जी की फतेह।